ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚ-ਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡਸ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ, ਜੈ ਸ਼੍ਰੀ ਕ੍ਰਿਸ਼ਨ, ਜੰਬੋ। ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ, ਸਪੈਸ਼ਲੀ ਜਿੰਨੇ ਵੀ ਮੇਰੇ 1 ਇੰਚੀ ਮੈਨੂੰ ਸਪੋਰਟ ਕਰਦੇ ਨੇ, ਮੈਂ ਉਹਨਾਂ ਦੇ ਬਹੁਤ ਸਵਾਗਤ ਕਰਦਾ। ਜਿਹੜੇ ਤੁਸੀਂ ਅਕਾਲ ਚੈਨਲ ਦੇਖਦੇ ਨਹੀਂ ਦੇਖਦੇ, ਤੁਹਾਡੇ ਸਾਰਿਆਂ ਦਾ ਸਵਾਗਤ। ਹਮੇਸ਼ਾ ਮੈਂ ਕਹਿੰਦਾ ਅਸੀਂ ਟਾਈਮ ਨਹੀਂ ਵੇਸਟ ਕਰਨਾ। ਡਾਕਟਰ ਵੱਡੀ ਸਾਡੇ ਹੱਥ ਹੈ ਨੇ, ਲਾਈਵ ਸ਼ੋ ਹੋ ਰਿਹਾ, ਅੱਜ ਅਸੀਂ ਨਾਲ ਗੱਲਬਾਤ ਕਰਾਂਗੇ। ਡਾਕਟਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਜੰਬੋ and good afternoon. Well, good morning. ਅਸੀਂ ਲਾਸਟ ਟਾਈਮ ਅਸੀਂ ਗੱਲ ਕਰ ਰਹੇ ਸੀ ਕਿ ਮੈਂ ਬੜੀ ਦੇਰ ਦਾ ਸੋਚਦਾ ਸੀ ਡਾਕਟਰ ਵੱਲੀ ਆਣਗੇ ਮੈਂ ਸਵਾਲ ਪੁੱਛਣਾ ਹੈ। ਅਸੀਂ ਲਾਸਟ ਜਿਹੜਾ ਸ਼ੋਅ ਕੀਤਾ ਸੀ ਵਾਲਾਂ ਦੇ ਉੱਪਰ ਕਿ ਕਦੋਂ ਬੰਦਿਆਂ ਨੂੰ ਗੰਜ ਪੈ ਜਾਂਦਾ, ਕਿਉਂ ਪੈਂਦਾ, ਵਾਲ ਉਤਰਦੇ ਕਿਉਂ ਉਤਰਦਾ। ਬਹੁਤ ਲੋਕਾਂ ਦੇ ਕੋਲ ਬੜੀ ਲੋਕਾਂ ਦੀ ਤਾਰੀਫ ਕੀਤੀ ਭਾਈ ਜੀ, ਬਹੁਤ ਬੜੇ ਲੋਕਾਂ ਨੇ ਪੁੱਛਿਆ। ਚਲੋ ਇੱਕ ਤਾਂ ਤੁਸੀਂ ਕਹਿੰਦੇ ਨਾ ਜੈਨੇਟਿਕ ਹੁੰਦਾ ਬੰਦਾ, ਸ਼ਾਇਦ ਉਹਦੇ ਕਰਕੇ ਵੀ ਹੁੰਦਾ, ਬਾਕੀ ਡਿਫਰੈਂਟ ਤੁਸੀਂ ਉਹਦਾ ਸਮਝਾਇਆ ਸੀ ਕਿਉਂ ਹੁੰਦਾ ਹੈ। ਦਾੜੀ ਤੋਂ ਕਿਉਂ ਨਹੀਂ ਗੰਜਾ ਹੁੰਦਾ ਬੰਦਾ? ਨਹੀਂ, ਦਾੜੀ ਤੋਂ ਵੀ ਹੁਣ ਪ੍ਰੋਬਲਮ ਆ ਨਹੀਂ, ਪਰ ਬਹੁਤ ਘੱਟ ਹੈ, ਬਹੁਤ ਘੱਟ ਨੇ। ਹਾਂ, ਇਹ ਵਾਕਈ ਸਹੀ ਹੈ, ਇਹਦੇ ਬਾਰੇ ਗੌਰ ਨਹੀਂ ਕੀਤਾ ਹੈ। ਮੈਨੂੰ ਪੁੱਛਿਆ ਲੋਕਾਂ ਨੇ ਨਾ, ਕਹਿੰਦੇ ਪਤਾ, ਮੈਂ ਕਿਹਾ ਸ਼ਾਇਦ ਉਹਨਾਂ ਨੂੰ ਤਕਲੀਫ ਹੋਏਗੀ ਦਾੜੀ ਦੀ। ਆਮ ਤੌਰ ਤੇ ਭਾਜੀ ਬੱਚੇ ਤੁਸੀਂ ਸੋਚੋ ਹੈ ਇੱਥੋਂ ਬਿਲਕੁਲ ਖਤਮ ਹੋ ਜਾਂਦਾ ਕੰਮ, ਲੇਕਿਨ ਇੱਥੇ ਹੈਵੀ ਗਰੋਥ ਹੁੰਦੀ ਹੈ। ਹਾਂਜੀ, ਮੈਂ ਇਹਦੇ ਬਾਰੇ ਸਟੱਡੀ ਨਹੀਂ ਕੀਤੀ ਹੈ, ਮੈਂ ਕੁਝ ਨਹੀਂ ਕਹਿ ਸਕਦਾ। ਲੈ ਜਦ ਮੈਂ ਡਾਕਟਰ ਵੱਲੀ ਨੂੰ ਫੜ ਲਿਆ ਸੀ, ਦੇਖ ਲਓ, ਇਹਦੇ ਬਾਰੇ ਗੌਰ ਹੀ ਨਹੀਂ ਕੀਤਾ ਅੱਜ ਤੱਕ। ਡਾਕਟਰ ਵੱਲੀ ਪਾਸ ਹਰ ਜਵਾਬ ਹੁੰਦਾ ਹੈ ਤੇ ਅੱਜ ਡਾਕਟਰ ਵੱਲੀ ਫਸ ਗਏ ਥੋੜਾ। ਆਮ ਤੌਰ ਤੇ ਜਿਹੜੇ ਦਾੜੀ ਦੇ ਔਰ ਮੁੱਛਾਂ ਦੇ ਵਾਲ ਨੇ ਨਾ, ਇਹਨੂੰ ਟੈਸਟੋਸਟੀਰੋਨ ਹਾਰਮੋਨ ਰੈਗੂਲੇਟ ਕਰ ਰਿਹਾ ਹੁੰਦਾ ਹੈ। ਤੇ ਟੈਸਟੋਸਟੀਰੋਨ ਹਾਰਮੋਨ ਜਿਹੜਾ ਹੈ ਨਾ, ਉਹ ਦੋ ਬਣ ਜਾਂਦਾ ਹੈ ਸਾਡੀ ਬਾਡੀ 'ਚ ਨਾ, ਬਾਸ ਸੂਰਤਾਂ 'ਚ। ਇੱਕ ਉਹ ਆਪਣੀ ਸ਼ੇਪ ਬਦਲ ਜਾਂਦਾ ਹੈ। ਉਹ ਜਿਹੜਾ ਦੂਸਰੀ ਟਾਈਪ ਦਾ ਟੈਸਟੋਸਟੀਰੋਨ ਹੁੰਦਾ ਹੈ, ਉਹਨੂੰ ਕਹਿੰਦੇ ਨੇ, ਉਹ ਸਾਡੇ ਬਾਲਾਂ ਨੂੰ ਡੈਮੇਜ ਕਰਦਾ ਔਰ ਮਾਰਦਾ ਹੈ। ਲੇਕਿਨ ਜਿਹੜਾ ਅਸਲ ਟੈਸਟੋਸਟੀਰੋਨ ਹੈ, ਜਿਹੜਾ ਸੈਕਸ਼ੂਅਲ ਹੈਲਥ ਲਈ ਜ਼ਰੂਰੀ ਹੈ, ਉਹ ਸਾਡੀ ਦਾੜੀ ਔਰ ਮੁੱਛਾਂ ਨੂੰ ਮੇਨਟੇਨ ਰੱਖਦਾ ਹੈ। ਪਰ ਭਾਜੀ ਬੜੀ ਕਮਾਲ ਦੀ ਗੱਲ ਹੈ, ਵੈਸੇ ਤੁਸੀਂ ਦੇਖੋ ਨਾ। ਹਾਂਜੀ, ਯਾਨੀ 100 ਸਾਲ 150 ਸਾਲ ਤੱਕ ਵੀ ਹੋ ਗਿਆ, ਉਹਦੀ ਦਾੜੀ ਮੁੱਛਾਂ ਉਦਾਂ ਹੀ ਰਹਿੰਦੀ ਹੈ, ਲੇਕਿਨ ਸਿਰ ਦੇ ਬਾਲ ਡਿੱਗ ਜਾਂਦੇ। ਹਾਂ, ਬੜੀ ਕਮਾਲ ਦੀ ਗੱਲ ਹੈ, ਗੌਰ ਕਰਨਾ ਚਾਹੀਦਾ। ਲੇਕਿਨ ਉਹੀ ਗੱਲ ਹੈ ਪਾਲ ਜੀ, ਹਿਊਮਨ ਬਾਡੀ ਵਿੱਚ ਤੁਸੀਂ ਜਿਸ ਐਂਗਲ ਤੇ ਜਾਓਗੇ, ਅਗਰ ਤੁਸੀਂ ਉਸੇ ਐਂਗਲ ਤੇ ਟਾਈਮ ਗੁਜ਼ਾਰੋਗੇ, ਤੁਹਾਡੀ ਪੂਰੀ ਲਾਈਫ ਗੁਜ਼ਰ ਜਾਏਗੀ, ਲੇਕਿਨ ਉਹਨੂੰ ਪੂਰਾ ਸਮਝ ਫਿਰ ਵੀ ਨਹੀਂ ਸਕੋਗੇ। ਇਹ ਬੜਾ ਕੰਪਲਿਕੇਟਡ ਕੰਮ ਹੈ, ਬਹੁਤ ਐਡਵਾਂਸ ਚੀਜ਼ ਹੈ ਜਿਹੜੀ ਰੱਬ ਨੇ ਬਣਾ ਦਿੱਤੀ, ਅਸੀਂ ਉੱਥੇ ਤੱਕ ਪਹੁੰਚ ਨਹੀਂ ਸਕਦੇ। ਇਹ ਜਿਹੜਾ ਮੈਂ ਸਵਾਲ ਪੁੱਛਿਆ ਡਾਕਟਰ ਵੱਲੀ ਨੇ ਮੈਨੂੰ ਹੁਸ਼ਿਆਰ ਕੀਤਾ ਹੋਇਆ ਹੈ। 2 ਸਾਲ ਤੋਂ ਉੱਪਰ ਹੋ ਗਏ ਪ੍ਰੋਗਰਾਮ ਕਰਦਿਆਂ ਨੂੰ। ਹੁਣ ਡਾਕਟਰ ਜੀ ਕਹਿੰਦੇ ਇਹ ਤਾਂ ਬਹੁਤ ਕੁਝ ਸਮਝੀ ਜਾ ਰਿਹਾ ਬੰਦਾ, ਮੈਨੂੰ ਸਵਾਲ ਗਲਤ ਪੁੱਛ ਰਿਹਾ। ਨਹੀਂ, ਗਲਤ ਨਹੀਂ, ਕਈ ਦਫਾ ਬੰਦੇ ਪਾਸ ਅਸੀਂ, ਜਦੋਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਡਾਕਟਰ ਵੱਡੀ ਆਣ ਕੇ ਬੈਠਦੇ ਨੇ, ਬੜੀ ਬਿਜ਼ੀ ਆਦਮੀ ਨੇ, 2-3 ਮਿੰਟ ਪਹਿਲਾਂ ਆਉਂਦੇ ਨੇ, ਫਟਾਫਟ ਅਸੀਂ ਸਾਊਂਡ ਸਿਸਟਮ ਚੈੱਕ ਕਰਕੇ ਅਸੀਂ ਸ਼ੋਅ ਸ਼ੁਰੂ ਕਰ ਲੈਂਦੇ ਹਾਂ, ਲੇਕਿਨ ਸਾਨੂੰ ਮੌਕਾ ਨਹੀਂ ਮਿਲਦਾ ਓਨੈਸਟਲੀ ਡਿਸਕਸ ਕਰਨ ਦਾ ਕਿ ਕੀ ਟੌਪਿਕ ਹੈ। ਹਾਂਜੀ, ਹੁਣ ਵੀ ਇਹਦਾ ਕਿਹੜਾ ਕੀਤਾ ਸੀ? ਕੋਈ ਨਹੀਂ ਕੀਤਾ ਸੀ। ਮੇਰਾ ਖਿਆਲ ਹੈ ਕਿ ਆਪਾਂ ਨਾ ਹਾਰਮੋਨਸ ਤੇ ਗੱਲ ਕਰਦੇ ਹਾਂ। ਪਰ ਆਈ ਹੋਪ ਕਿ ਆਦਮੀਆਂ ਦਾ ਹੋਏਗਾ। ਅੱਛਾ, ਚਲੋ ਆਪਾਂ ਨਾ ਅੱਜ ਥੋੜਾ ਜਿਹਾ ਡਿਸਕਸ਼ਨ ਕਰਦੇ ਹਾਂ ਮੇਲ ਹਾਰਮੋਨ ਦੇ ਬਾਰੇ। ਬਿਲਕੁਲ, ਆਪਾਂ ਹਮੇਸ਼ਾ ਔਰਤਾਂ ਤੇ ਕਰੀ ਜਾਂਦੇ ਹਾਂ, ਔਰਤਾਂ ਤੇ ਕਰੀਦਾ। ਉਹ ਵੀ ਮੈਨੂੰ ਬੜੇ ਕਾਲ ਆ ਰਹੇ। ਅਸਲ 'ਚ ਔਰਤਾਂ ਦੇ ਬਾਰੇ 'ਚ ਇਸ ਲਈ ਅਸੀਂ ਜ਼ਿਆਦਾ ਕਰਦੇ ਰਹੇ ਹਾਂ ਕਿ ਔਰਤਾਂ ਜ਼ਿਆਦਾ ਟਰਬਲ 'ਚ ਨੇ, ਔਰ ਔਰਤਾਂ ਦੇ ਜਿਹੜੇ ਹਾਰਮੋਨਸ ਦੇ ਸਿੰਪਟਮਸ ਨੇ ਨਾ, ਉਹ ਇਤਨੇ ਜ਼ਿਆਦਾ ਯਾਨੀ ਸਟ੍ਰਾਈਕਿੰਗ ਹੁੰਦੇ ਨੇ ਕਿ ਉਹ ਔਰਤ ਦੀ ਲਾਈਫ ਨੂੰ ਡਿਸਰਪਟ ਕਰ ਰਹੇ ਹੁੰਦੇ ਨੇ, ਔਰ ਉਹਦੇ ਬਾਰੇ 'ਚ ਔਰਤ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਜੀ ਸਰਟਨਲੀ ਮੈਂ ਤੁਹਾਡਾ ਥੋੜਾ ਬਹੁਤਾ ਸਹਿਮਤ ਹੋਊਂਗਾ, ਸਾਰਾ ਨਹੀਂ ਹੁੰਦਾ ਹੈ, ਕਿਉਂਕਿ ਔਰਤਾਂ ਜ਼ਿਆਦਾ ਖਾ ਪਾਉਂਦੀਆਂ, ਆਦਮੀ ਚੁੱਪ ਕਰ ਜਾਂਦਾ ਵਿਚਾਰਾ। ਨਹੀਂ, ਔਰਤ ਟਰਬਲ 'ਚ ਹੁੰਦੀ ਹੈ। ਨਹੀਂ, ਥੋੜਾ ਸਹਿਮਤ ਹੋਣਾ ਮੈਂ ਕਿਹਾ। ਹਾਂਜੀ, ਲੇਕਿਨ ਬਾਕੀ ਇਹ ਹੈ ਕਿ ਜ਼ਰਾ ਔਰਤ ਸ਼ਾਇਦ ਬਰਦਾਸ਼ਤ ਨਹੀਂ ਕਰ ਸਕਦੀ ਹੋਏਗੀ, ਤਕਲੀਫ ਨੂੰ ਤਾਂ ਹੱਲ ਲੱਭਦੀ ਹੈ। ਅੱਛਾ, ਹੁਣ ਅਸੀਂ ਡਿਸਕਸ ਕਰਦੇ ਹਾਂ ਜਿਹੜਾ ਮਰਦਾਂ ਦਾ ਹਾਰਮੋਨ ਹੈ, ਟੈਸਟੋਸਟੀਰੋਨ, ਕਿਉਂਕਿ ਇਹਦੇ ਬਾਰੇ 'ਚ ਬਹੁਤ ਸਾਰੀਆਂ ਪਿਛਲੇ 50-60 ਸਾਲ ਤੋਂ ਬਹੁਤ ਗਲਤ ਗੱਲਾਂ ਫੈਲਾ ਦਿੱਤੀਆਂ ਗਈਆਂ ਨੇ। ਇਹਨੂੰ ਲੇਬਲ ਕਰ ਦਿੱਤਾ ਗਿਆ ਕਿ ਬੜਾ ਡੇਂਜਰਸ ਹਾਰਮੋਨ ਹੈ, ਔਰ ਅਗਰ ਤੁਸੀਂ ਇਸ ਹਾਰਮੋਨ ਨੂੰ ਲਿਆ ਤਾਂ ਤੁਹਾਨੂੰ ਪ੍ਰੋਸਟੇਟ ਕੈਂਸਰ ਹੋ ਜਾਏਗਾ, ਟੈਸਟੀਕੂਲਰ ਕੈਂਸਰ ਹੋ ਜਾਏਗਾ, ਫਲਾਨਾ ਹੋ ਜਾਏਗਾ, ਢਮਕਾਨਾ ਹੋ ਜਾਏਗਾ। ਔਰ ਉਹਦੇ ਲਈ ਐਗਜ਼ਾਮਪਲ ਦਿੱਤੀਆਂ ਜਾਂਦੀਆਂ ਨੇ ਕਿ ਜੀ ਉਹ ਫਲਾਂ ਬਾਡੀ ਬਿਲਡਰ ਸੀ, ਉਹ ਟੈਸਟੋਸਟੀਰੋਨ ਦੇ ਟੀਕੇ ਲਗਾਉਂਦਾ ਸੀ, ਉਹਨੂੰ ਟੈਸਟੀਕੂਲਰ ਕੈਂਸਰ ਹੋ ਗਿਆ। ਇਹਨਾਂ ਚੀਜ਼ਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਤਾਂ ਇਹ ਹੈ ਪਾਲ ਜੀ ਕਿ ਟੈਸਟੋਸਟੀਰੋਨ ਦਾ
ਇਹ ਹਾਰਮੋਨ ਦਾ ਕੱਲਾ ਲਿੰਕ ਤੁਹਾਡੀ ਸੈਕਸ਼ੂਅਲ ਹੈਲਥ ਨਾਲ ਨਹੀਂ ਹੈ, ਠੀਕ ਹੈ। ਟੈਸਟੋਸਟੀਰੋਨ ਦਾ ਲਿੰਕ ਤੁਹਾਡੀ ਹਾਰਟ ਦੀ ਹੈਲਥ ਨਾਲ ਹੈ, ਇਹ ਯਾਦ ਰੱਖ ਲਓ ਮੇਰੀ ਗੱਲ। ਇੱਥੇ ਹੀ ਤੁਹਾਡੇ ਲੰਡਨ ਦੇ ਵਿੱਚ ਕੋਈ ਇੱਕ ਡਾਕਟਰ ਸੀ, ਡਾਕਟਰ ਮੇਰੇ ਖਿਆਲ ਚਾਰਲਸ ਦਾ ਨਾਮ ਸੀ, ਉਹਨੇ 40 ਸਾਲ ਕਲੀਨਿਕ ਬਣਾਇਆ ਰੱਖਿਆ, ਠੀਕ ਹੈ ਨਾ, ਸੈਂਟਰਲ ਲੰਡਨ ਦੇ ਵਿੱਚ। ਉਹ ਲੋਕਾਂ ਨੂੰ ਜਿਨ੍ਹਾਂ ਨੂੰ ਉਹਨਾਂ ਦੀ ਵੇਨਸ ਦੇ ਵਿੱਚ ਉਹ ਬਣ ਜਾਂਦੇ ਸੀ ਨਾ ਕਲੌਟ, ਇਹ ਬੜਾ ਪ੍ਰੋਬਲਮ ਹੋ ਜਾਂਦਾ ਅੱਜ ਕੱਲ੍ਹ ਵੀ ਹੋ ਰਿਹਾ, ਲੋਕਾਂ ਦੇ ਨਾ ਲੱਤਾਂ ਦੇ ਵਿੱਚ ਕਲੌਟਸ ਬਣ ਜਾਂਦੇ ਨੇ ਔਰ ਖੌਫਨਾਕ ਪੇਨ ਹੁੰਦੀ ਹੈ, ਇਸ ਹੱਦ ਤੱਕ ਪੇਨ ਹੁੰਦੀ। ਔਰ ਅੱਜ ਤੋਂ 50 ਸਾਲ ਪਹਿਲੇ ਇਹ ਸਿਚੁਏਸ਼ਨ ਸੀ, ਉਦੋਂ ਇਹੋ ਜਿਹੀਆਂ ਦਵਾਈਆਂ ਨਹੀਂ ਸੀ ਜਿਹੜੀਆਂ ਉਸ ਕਲੌਟ ਨੂੰ ਤੋੜ ਦੇਣ। ਬਹੁਤ ਸੂਰਤਾਂ 'ਚ ਲੱਤਾਂ ਵੱਢਣੀਆਂ ਪੈ ਜਾਂਦੀਆਂ ਸਨ, ਕਿਉਂਕਿ ਉਹ ਪੇਸ਼ੈਂਟ ਕਹਿੰਦਾ ਸੀ ਕਿ ਮੇਰੀ ਲੱਤ ਵੱਢ ਦਿਓ, ਮੈਂ ਦਰਦ ਨਹੀਂ ਬਰਦਾਸ਼ਤ ਕਰ ਸਕਦਾ। ਅੱਛਾ, ਉਹ ਜਿਹੜਾ ਡਾਕਟਰ ਸੀ ਸੈਂਟਰਲ ਲੰਡਨ ਦੇ ਵਿੱਚ, ਉਹ ਟੈਸਟੋਸਟੀਰੋਨ ਨਾਲ ਉਹਨਾਂ ਦੇ ਇਲਾਜ ਕਰਦਾ ਸੀ ਔਰ ਬਿਲਕੁਲ ਠੀਕ ਹੋ ਜਾਂਦੇ ਸੀ ਲੋਕ। ਇਹ ਇੱਕ ਐਸੀ ਚੀਜ਼ ਹੈ ਜਿਹੜੀ ਅਨਪਰੂਵਨ ਨਹੀਂ ਹੈ, ਇੱਕ ਪ੍ਰੂਵਨ ਚੀਜ਼ ਹੈ ਕਿ ਟੈਸਟੋਸਟੀਰੋਨ ਅਗਰ ਤੁਹਾਡੀ ਬੋਡੀ 'ਚ ਪੂਰਾ ਹੋਏਗਾ, ਨੋ ਮੈਟਰ ਤੁਹਾਡੀ ਏਜ 90 ਸਾਲ ਹੈ, 100 ਸਾਲ ਹੈ ਜਾਂ 20 ਸਾਲ ਹੈ, ਅਗਰ ਤੁਹਾਡੀ ਬੋਡੀ ਦੇ ਵਿੱਚ ਰਿਕੁਆਇਰਡ ਅਮਾਊਂਟ ਵਿੱਚ ਜਿੰਨਾ ਤੁਹਾਡੀ ਬੋਡੀ ਨੂੰ ਚਾਹੀਦਾ ਟੈਸਟੋਸਟੀਰੋਨ ਹੈ, ਤੁਹਾਨੂੰ ਹਾਰਟ ਦਾ ਪ੍ਰੋਬਲਮ ਨਹੀਂ ਹੋ ਸਕਦਾ, ਭਾਵੇਂ ਤੁਸੀਂ ਜੋ ਕਰੋ, ਠੀਕ ਹੈ ਨਾ। ਅੱਛਾ, ਹੁਣ ਅਸੀਂ ਆਉਂਦੇ ਹਾਂ ਕਿ ਤੁਹਾਨੂੰ ਪਤਾ ਕਿਵੇਂ ਲੱਗੇਗਾ। ਹੁਣ ਅਸੀਂ ਤਾਂ ਮਰਦ ਹਾਂ ਜੀ, ਮੇਰੇ 'ਚ ਕਿਹੜੀ ਚੀਜ਼ ਦੀ ਕਮੀ ਹੈ। ਔਰ ਖ਼ਾਸ ਤੌਰ 'ਤੇ ਜਦੋਂ ਸੈਕਸ਼ੂਅਲ ਹੈਲਥ ਦੀ ਗੱਲ ਆਏਗੀ ਨਾ, ਮਰਦ ਦੀ ਆਪਣੀ ਈਗੋ ਆ ਜਾਂਦੀ ਹੈ, ਮਰਦਾਨੀ ਆ ਜਾਂਦੀ ਹੈ, ਈਗੋ ਆ ਜਾਂਦੀ। ਉਹ ਕਹਿੰਦੇ ਇਹ ਤਾਂ ਬੜੀ ਸ਼ੇਮਫੁਲ ਗੱਲ ਹੈ ਕਿ ਮੈਂ ਐਕਸੈਪਟ ਕਰਾਂ ਕਿ ਮੈਂ ਵੀਕ ਹਾਂ। ਲੇਕਿਨ ਪੌਲ ਜੀ, ਕੋਈ ਸਿੰਪਟਮ ਐਸੇ ਨੇ, ਅਗਰ ਤੁਸੀਂ ਐਕਸੈਪਟ ਕਰੋ ਨਾ ਕਰੋ, ਉਹ ਸਿੰਪਟਮ ਦੱਸ ਰਹੇ ਹੁੰਦੇ ਨੇ ਕਿ ਤੁਹਾਡੀ ਬੋਡੀ ਟੈਸਟੋਸਟੀਰੋਨ ਹਾਰਮੋਨ ਮੰਗ ਰਹੀ ਹੈ। ਅੱਛਾ, ਉਹ ਕਿਹੜੇ ਉਹ ਕੀ ਚੀਜ਼ ਕੀ ਹੁੰਦੀ ਹੈ? ਵਾਟ ਇਜ਼ ਇਟ ਐਕਚੁਅਲੀ? ਟੈਸਟੋਸਟੀਰੋਨ ਹਾਰਮੋਨ ਹੈ, ਹਾਰਮੋਨ ਹੈ, ਤੁਹਾਡੇ ਟੈਸਟੀਕਲ ਬਣਾਉਂਦੇ ਨੇ, ਇੱਕ ਕੈਮੀਕਲ ਹੈ। ਦੇਖੋ, ਹਾਰਮੋਨ ਦੇ ਬਾਰੇ 'ਚ ਮੈਂ ਇੱਕ ਚੀਜ਼ ਚਲੋ ਹੋਰ ਕਲੀਅਰ ਕਰ ਦਿੰਦਾ। ਹਾਰਮੋਨ ਜਿਹੜਾ ਹੈ ਨਾ, ਇਹ ਆਰਡਰ ਹੈ ਬੋਡੀ ਦਾ। ਮਤਲਬ ਤੁਹਾਨੂੰ ਯਾਦ ਹੋਏਗਾ ਕਿ ਇੱਕ ਦਫਾ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਜਿਹੜਾ ਹਾਈਪੋਥੈਲਮਸ ਹੈ, ਜਿਹੜਾ ਇੱਥੇ ਸੈਂਟਰ 'ਚ ਬ੍ਰੇਨ ਕਰਕੇ ਡੀਪ ਇੱਕ ਇੰਨਾ ਜਿਹਾ ਪੁਰਜ਼ਾ ਹੈ, ਉਹ ਪ੍ਰੈਜ਼ੀਡੈਂਸ਼ੀਅਲ ਪੈਲੇਸ ਹੈ, ਉਹ ਪ੍ਰੈਜ਼ੀਡੈਂਟ ਹੈ ਇੱਥੇ ਜਿਹੜਾ ਬੈਠਾ, ਉਹਨੂੰ ਹਾਈਪੋਥੈਲਮਸ ਕਹਿੰਦੇ ਆ ਅਸੀਂ। ਅੱਛਾ, ਹਾਈਪੋਥੈਲਮਸ ਇੱਕ ਐਸਾ ਯੂਨੀਕ ਕਿਸਮ ਦਾ ਸਾਡੀ ਬਾਡੀ 'ਚ ਪਾਰਟ ਲੱਗਿਆ ਹੋਇਆ ਜਾਂ ਪੁਰਜ਼ਾ ਲੱਗਿਆ ਹੋਇਆ, ਜਿਹੜਾ ਬੈਕ ਵਕਤ ਦੋ ਚੀਜ਼ਾਂ ਨਾਲ ਲਿੰਕਡ ਹੈ। ਵਰਨਾ ਕੋਈ ਆਰਗਨ ਐਸਾ ਨਹੀਂ ਹੈ ਸਾਡੀ ਬਾਡੀ ਜਿਹੜਾ ਬੈਕ ਵਕਤ ਦੋ ਚੀਜ਼ਾਂ ਨਾਲ ਲਿੰਕਡ ਹੋਏ। ਮਸਲਨ ਜਿਹੜਾ ਹਾਈਪੋਥੈਲਮਸ ਹੈ, ਇਹ तमाम ਜਿਹੜਾ ਨਰਵਸ ਸਿਸਟਮ ਹੈ ਇਹਦੇ ਨਾਲ ਕਨੈਕਟਡ ਹੈ। ਯਾਨੀ ਤੁਹਾਡੀ ਬਾਡੀ ਨੂੰ ਜਿਹੜਾ ਫੀਡਬੈਕ ਮਿਲ ਰਿਹਾ, ਪੈਰਾਂ ਤੋਂ ਮਿਲ ਰਿਹਾ, ਲੱਤਾਂ ਤੋਂ, ਗੋਡੇ ਤੋਂ, ਇੱਥੋਂ ਜਿੰਨਾ ਫੀਡਬੈਕ ਆ ਰਿਹਾ ਨਾ, ਉਹ ਹਾਈਪੋਥੈਲਮਸ ਦੇ ਅੱਧੇ ਹਿੱਸੇ 'ਚੋਂ ਫੀਡਬੈਕ ਆ ਰਿਹਾ। ਉਹ ਅੱਧੇ ਹਿੱਸੇ 'ਚੋਂ ਪ੍ਰੋਸੈਸ ਹੁੰਦਾ ਔਰ ਇਹ ਡਿਸਾਈਡ ਕੀਤਾ ਜਾਂਦਾ ਹੈ ਕਿ ਡਾਕਟਰ ਵਲੀ ਦੇ ਪੈਰ ਠੰਡੇ ਨੇ, ਲਿਹਾਜ਼ਾ ਡਾਕਟਰ ਵਲੀ ਨੂੰ ਥੋੜਾ ਜਿਹਾ ਪੰਪ ਕਰਨਾ ਚਾਹੀਦਾ ਸਿਸਟਮ ਦੇ ਵਿੱਚ ਥਾਇਰਾਇਡ ਹਾਰਮੋਨ, ਤਾਂ ਕਿ ਹੀਟ ਜਨਰੇਟ ਹੋਏ, એનર્ਜੀ ਪੈਦਾ ਹੋਏ ਔਰ ਇਹਦੇ ਪੈਰ ਠੰਡੇ ਨਾ ਰਹਿਣ। ਹਾਈਪੋਥੈਲਮਸ ਨੂੰ ਜੋ ਹੀ ਇਨਫੋਰਮੇਸ਼ਨ ਮਿਲੇਗੀ, ਉਹ ਫੌਰੀ ਤੌਰ ਤੇ ਆਪਣੇ ਦੂਸਰੇ ਹਿੱਸੇ ਨੂੰ ਕਹੇਗਾ ਕਿ ਵੀ ਇਹ ਆਰਡਰ ਜਿਹੜਾ ਹੈ ਇਹ ਹੁਣ ਅਸੀਂ ਕੈਰੀ ਕਰਨਾ ਤੇ ਤੂੰ ਹੁਣ ਇਹ ਆਰਡਰ ਦੇ। ਜਿਹੜਾ ਦੂਸਰਾ ਪਾਰਟ ਹੈ ਹਾਈਪੋਥੈਲਮਸ ਦਾ, ਉਹ ਕੀ ਕਰਦਾ ਹੈ? ਜੋ ਹੀ ਉਹਨੂੰ ਫਸਟ ਪੋਰਸ਼ਨ ਚੋਂ ਆਰਡਰ ਮਿਲਦਾ ਹੈ ਕਿ ਸਾਡੇ ਕੋਲ ਇਹ ਫੀਡਬੈਕ ਆਈ ਹੈ, ਫਲਾਂ ਜਗ੍ਹਾ ਤੇ ਗੜਬੜ ਹੈ ਔਰ ਉਹਨੂੰ ਅਸੀਂ ਇੰਝ ਹੱਲ ਕਰਨਾ ਹੈ, ਉਹ ਜਿਹੜਾ ਦੂਸਰਾ ਪਾਰਟ ਹੈ ਉਹ ਇੱਕ ਕੈਮੀਕਲ ਰਿਲੀਜ਼ ਕਰਦਾ ਹੈ। ਉਹ ਕੈਮੀਕਲ ਜਿਹੜਾ ਹੁੰਦਾ ਇੱਕ ਆਰਡਰ ਹੁੰਦਾ ਹੈ। ਜਿਵੇਂ ਇੱਥੇ ਬੋਰਿਸ ਜੌਨਸਨ ਇੱਕ ਕਹੇ ਕਿ ਜੀ ਮੈਂ ਅੱਜ ਇਹ ਇੱਕ ਪ੍ਰਾਈਮ ਮਿਨਿਸਟਰ ਆਰਡਰ ਤੇ ਐਗਜ਼ੈਕਟਿਵ ਆਰਡਰ ਤੇ ਸਾਈਨ ਕਰ ਦਿੱਤੇ ਨੇ, ਇਹਨੂੰ ਇੰਪਲੀਮੈਂਟ, ਜੋ ਹੀ ਉਹ ਸਾਈਨ ਕਰੇਗਾ ਉਹ ਇੰਪਲੀਮੈਂਟ ਹੋਣਾ ਸ਼ੁਰੂ ਹੋ ਜਾਏਗਾ। ਜੋ ਹੀ ਸਾਡਾ ਹਾਈਪੋਥੈਲਮਸ ਜਿਹੜਾ ਪ੍ਰੈਜ਼ੀਡੈਂਸ਼ੀਅਲ ਪੈਲੇਸ ਹੈ, ਉਹ ਆਪਣੇ ਦੂਸਰੇ ਪਾਰਟ ਨੂੰ ਕਹੇਗਾ ਕਿ ਹਾਰਮੋਨ ਰਿਲੀਜ਼ ਕਰੋ, ਉਹ ਇੱਕ ਆਰਡਰ ਹੋਏਗਾ, ਉਹ ਪ੍ਰੈਜ਼ੀਡੈਂਟ ਹਾਊਸ ਵੱਲੋਂ ਆਰਡਰ ਆ ਰਿਹਾ। ਉਹਨੂੰ ਤੁਹਾਡੀ ਬਾਡੀ ਦਾ ਕੋਈ ਆਰਗਨ, ਕੋਈ ਪਾਰਟ ਡਿਨਾਈ ਨਹੀਂ ਕਰ ਸਕਦਾ। ਯਾਨੀ ਹਾਰਮੋਨਸ ਜਿਹੜੇ ਨੇ ਇਹ ਆਰਡਰਸ ਨੇ, ਜਿਹੜਾ ਸਾਡਾ ਬ੍ਰੇਨ ਸਾਡੀ ਬਾਡੀ ਨੂੰ ਮੁxtਲਫ ਫੰਕਸ਼ਨ ਕਰਨ ਲਈ ਦਿੰਦਾ ਹੈ, ਇੱਕ ਕੈਮੀਕਲ ਆਰਡਰ ਨੇ। ਅੱਛਾ, ਹੁਣ ਇਹ ਇਤਨੇ ਪਾਵਰਫੁਲ ਹੁੰਦੇ ਨੇ। ਹੁਣ ਤੁਸੀਂ ਦੇਖੋ ਨਾ ਪੌਲ ਜੀ, 3 ਨਿਊਰੋ ਟ੍ਰਾਂਸਮਿਟਰ ਨੇ ਜਿਹੜਾ ਬ੍ਰੇਨ ਬਣਾਉਂਦਾ ਹੈ ਸਾਡਾ, ਉਹ ਸਾਡੀ ਪੂਰੀ ਦੀ ਪੂਰੀ ਦੁਨੀਆ ਨੂੰ ਹੀ ਬਦਲ ਦਿੰਦੇ ਨੇ 10 ਮਿੰਟ ਦੇ ਅੰਦਰ ਅੰਦਰ। ਮੈਂ ਤੁਸੀਂ ਬਿਲਕੁਲ ਡਾਊਨ ਬੈਠੇ ਹੋ, ਤੁਹਾਡਾ ਦਿਲ ਹੀ ਨਹੀਂ ਕਰ ਰਿਹਾ ਕਿ ਕੋਈ ਮੇਰੇ ਨਾਲ ਆ ਕੇ ਗੱਲ ਕਰੇ ਜਾਂ ਮੈਂ ਕਿਸੇ ਨਾਲ ਗੱਲ ਕਰਾਂ, ਤੁਹਾਡੀ ਬਾਡੀ ਡੋਪਾਮਾਈਨ ਔਰ ਐਂਡੋਰਫਿਨ ਰਿਲੀਜ਼ ਕਰ ਦੇਣਾ, ਤੁਸੀਂ 2 ਮਿੰਟ ਬਾਅਦ ਉੱਥੇ ਟੇਪ ਚਲਾ ਕੇ ਡਾਂਸ ਕਰ ਰਹੇ ਹੋਗੇ।
ਤੁਹਾਡਾ ਦਿਲ ਕਰੇਗਾ ਕਿ ਮੈਂ ਚੰਗਾ ਜਿਹਾ ਸੂਟ ਪਾਵਾਂ, ਬਾਹਰ ਨਿਕਲ ਕੇ ਜਾਵਾਂ, ਠੀਕ ਹੈ ਨਾ, ਮौज ਕਰਾਂ, ਦੋਸਤਾਂ ਨੂੰ ਫੋਨ ਕਰੋਗੇ ਆ ਜਾਓ ਯਾਰ ਚਲੀਏ ਕਿਤੇ ਸੈਰ ਕਰਕੇ ਆਈਏ। ਯਾਨੀ ਤੁਹਾਡੀ ਅੰਦਰ ਦੀ এনवायरमेंट ਹੀ ਬਦਲ ਜਾਏਗੀ ਇੱਕ ਹਾਰਮੋਨ ਨਾਲ, ਇੱਕ ਨਿਊਰੋਟ੍ਰਾਂਸਮਿਟਰ ਨਾਲ। ਇਤਨੇ ਪਾਵਰਫੁਲ ਹੁੰਦੇ ਨੇ। ਹੁਣ ਜਦੋਂ ਟੈਸਟੋਸਟੀਰੋਨ ਮਸਲਨ ਫਰਜ਼ ਕਰੋ ਤੁਹਾਡੀ ਬਾਡੀ ਨੂੰ ਇੱਕ ਰਿਕੁਆਇਰਡ ਅਮਾਊਂਟ, ਦੇਖੋ ਸਾਡੀ ਬਾਡੀ ਦੇ ਹਰ ਸੈੱਲ 'ਚ ਯਾਨੀ ਸਕਿਨ ਦੇ ਸੈੱਲਸ ਵਿੱਚ ਵੀ ਰਿਸੈਪਟਰ ਨੇ ਟੈਸਟੋਸਟੀਰੋਨ ਦੇ, ਯਾਨੀ ਉਹਦਾ ਆਰਡਰ ਰਿਸੀਵ ਕਰਨ ਲਈ ਉਹ ਰਿਸੈਪਟਰ ਬਣੇ ਹੋਏ ਨੇ ਕਿ ਇੱਥੇ ਟੈਸਟੋਸਟੀਰੋਨ ਦਾ ਆਰਡਰ ਮਿਲਣਾ ਹੈ, ਅਸੀਂ ਉਹਦੇ ਤੇ ਉਹਦੇ ਆਰਡਰ ਦੇ ਮੁਤਾਬਿਕ ਐਕਟ ਕਰਨਾ ਹੈ। ਯਾਨੀ ਸਾਡੀ ਬਾਡੀ ਦੇ ਹਰ ਸੈੱਲ ਨੂੰ ਇਹ ਚਾਹੀਦਾ। ਜਦੋਂ ਇਹ ਨਹੀਂ ਮਿਲਦਾ, ਹੁੰਦਾ ਇਹ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਉਹ ਨੈਗੇਟਿਵ ਹੁੰਦਾ ਟੈਸਟੋਸਟੀਰੋਨ, ਉਹ ਯਾਨੀ 5 ਸਾਲ 7 ਸਾਲ ਤੱਕ ਦੀ ਉਮਰ ਦਾ ਬੱਚਾ ਜਿਹੜਾ ਹੁੰਦਾ ਨਾ, ਟੂ ਬੀ ਵੈਰੀ ਓਨੈਸਟ, ਕਿਤਨੀ ਹੈਰਾਨਗੀ ਦੀ ਗੱਲ, ਉਹ ਅੰਦਰੋਂ ਹਾਰਮੋਨ ਦੇ ਹਿਸਾਬ ਨਾਲ ਫੀਮੇਲ ਹੁੰਦਾ, ਉਹਦੀ ਬਾਡੀ ਫੀਮੇਲ ਬਣ ਰਹੀ ਹੈ। 7ਵੇਂ 6ਵੇਂ 7ਵੇਂ ਸਾਲ ਤੋਂ ਫਿਰ ਇੱਕਦਮ ਅਗਰ ਉਹ ਮੇਲ ਹੈ ਬੱਚਾ ਹੈ ਤਾਂ ਬੂਸਟ ਮਿਲੇਗਾ ਟੈਸਟੋਸਟੀਰੋਨ ਦਾ, ਔਰ ਫਿਰ 8-9 ਸਾਲ ਵਿੱਚ ਹਲਕੀਆਂ ਹਲਕੀਆਂ ਮੁੱਛਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਆਵਾਜ਼ ਭਾਰੀ ਹੋ ਜਾਏਗੀ। यानी अगर लड़का है तो ਉਹਦੇ ਸੀਨੇ ਚੌੜੇ ਹੋ ਜਾਣਗੇ, ਯਾਨੀ ਉਹਦੀ ਬਿਲਡ ਹੀ ਬਦਲਣਾ ਸ਼ੁਰੂ ਹੋ ਜਾਏਗਾ। ਅਜੇ ਤੁਸੀਂ ਕਿਹਾ ਕਿ 4-5 ਸਾਲ ਤੋਂ ਇਹ ਫਰਕ ਆਉਂਦਾ ਹੈ। ਹਾਂਜੀ, ਯਾਨੀ 7 ਸਾਲ ਤੋਂ ਬਾਅਦ 7-8 ਸਾਲ ਯਾਨੀ 7 ਸਾਲ ਤੱਕ ਟੈਸਟੋਸਟੀਰੋਨ ਬਾਡੀ 'ਚ ਨੀਅਰ ਟੂ ਨਿਲ ਹੋਣਾ ਚਾਹੀਦਾ। ਹੈਲਥ ਪੁਆਇੰਟ ਅੱਜ ਕੱਲ੍ਹ ਤਾਂ 5-6 ਸਾਲ ਦੇ ਬੱਚਿਆਂ 'ਚ ਵੀ ਆ ਜਾਂਦਾ ਹੈ ਕਿਉਂਕਿ ਉਹ ਕੈਮੀਕਲ ਲੈ ਰਹੇ ਨੇ ਨਾ, ਲੇਕਿਨ ਨੇਚਰ ਨੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ 5-6 ਸਾਲ ਤੱਕ ਦੀ ਉਮਰ ਦੇ ਬੱਚੇ ਦੇ ਵਿੱਚ ਟੈਸਟੋਸਟੀਰੋਨ ਨੀਅਰ ਟੂ ਨਿਲ ਹੁੰਦਾ ਹੈ। ਅਜੇ ਜਦੋਂ ਇਹ ਤੁਸੀਂ ਬੜਾ ਇੰਟਰਸਟਿੰਗ ਗੱਲ ਹੈਗੀ ਹੈ, ਜਦੋਂ ਨਾ ਉਹਨੂੰ ਫੈਕਟ ਹੋਵੇ ਚੀਜ਼ ਦਾ ਤੇ ਉਹਦੀ ਫੈਮਿਲਿਟੀ ਵੀਕ ਹੋ ਸਕਦੀ ਹੈ ਕਿ ਮੇਲ ਨਾ ਬਣੇ। ਹਾਂਜੀ, ਇਹ ਜਿਹੜੇ ਟਰਾਂਸਜੈਂਡਰ ਬਣਦੇ ਨੇ, ਜਿਹੜੇ ਬੱਚੇ ਮਸਲਨ ਬੱਚਾ ਹੈ ਲੇਕਿਨ ਉਹ ਇੱਕ ਤਰ੍ਹਾਂ ਦਾ ਫੀਮੇਲ ਬਣ ਗਿਆ, ਜਾਂ ਫੀਮੇਲ ਹੈ ਤੇ ਉਹ ਮੇਲ ਬਣ ਗਿਆ, ਉਹਦੇ 'ਚ ਇਹ ਹੁੰਦਾ। ਹੁਣ ਦੇਖੋ ਪਾਵਰ ਦੇਖੋ ਇਹਨਾਂ ਹਾਰਮੋਨਸ ਦੀ ਪਾਵਰ ਜੀ, ਕਿ ਅਗਰ ਉਹ ਫੀਮੇਲ ਹੈ ਮੇਲ ਹੈ लेकिन इंटरनली फीमेल बन गया और अपने आप ਨੂੰ फीमेल ही समझदा है या समझदी है और ਉਹ ਜੇ ਕੱਪੜੇ ਪਾਉਂਦਾ ਹੈ ਜਾਂ ਪਾਉਂਦੀ ਹੈ, ਮਤਲਬ ਮੇਲ ਵਾਲੇ ਨਹੀਂ ਪਾਣਾ ਪਸੰਦ ਕਰਦੀ, ਉਹ ਕਹਿੰਦੀ ਮੈਂ ਫੀਮੇਲ ਹਾਂ, ਕਿਉਂਕਿ ਉਹਦੇ ਕੈਰੈਕਟਰਿਸਟਿਕ ਸਾਰੇ ਮੇਲਸ ਵਾਲੇ ਨੇ। ਇਹਦਾ ਮਤਲਬ ਹੈ ਕਿ ਉਹਦੀ ਬਾਡੀ 'ਚ ਜਿਹੜਾ ਟੈਸਟੋਸਟੀਰੋਨ ਹਾਰਮੋਨ ਹੈ ਨਾ, ਉਹ ਕੰਮ ਨਹੀਂ ਕਰ ਰਿਹਾ, ਉਹਦੀ ਜਗ੍ਹਾ ਤੇ ਉਹਦੀ ਬਾਡੀ ਈਸਟ੍ਰੋਜਨ ਡੋਮੀਨੈਂਟ ਹੋ ਗਈ ਹੈ। और आम तौर पर ਜਿਹੜੇ ਲੋਕ अपना जेंडर चेंज कराते हैं, मतलब अगर किसी लड़की ने लड़का बनना है, ਉਹਦੀ ट्रीटमेंट पता की होंगी, सिर्फ टेस्टोस्टेरोन के टीके लगते हैं। इतना पावरफुल है ये हार्मोन, ठीक है ना, वो जेंडर ही बदल जाता है। ठीक है, अच्छा हुण ये है कि जदों 10 साल तो लैके और 25 साल तक ये जड़ा, या 12 साल तो लैके 25 साल तक ये जड़ा 10-12 साल का टाइम है ना, बेशुमार टेस्टोस्टेरोन बना रही होंगी बॉडी। यानी ਇਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਦੋਂ ਤੁਹਾਡਾ 12-13 ਸਾਲ ਦਾ ਬੱਚਾ ਜਿਹੜਾ ਹੈ ਨਾ ਤੁਹਾਡੇ ਨਾਲ ਆਰਗਿਊ ਕਰੇ, ਤੁਸੀਂ ਫਾਦਰ ਹੋ ਨਾ, ਔਰ ਤੁਸੀਂ ਉਹਨੂੰ ਕੋਈ ਗੱਲ ਕੀਤੀ ਹੈ ਤਾਂ ਉਹ ਵਾਪਸ ਮੁੜ ਕੇ ਤੁਹਾਡੇ ਨਾਲ ਆਰਗਿਊ ਕਰੇ, ਹਲਕਾ ਜਾਵੇ, ਬੇਸ਼ੱਕ ਰਿਸਪੈਕਟਫੁਲ ਤਰੀਕੇ ਨਾਲ ਕਰੇ, ਉਹ ਟੈਸਟੋਸਟੀਰੋਨ ਹੁੰਦਾ ਹੈ ਜਿਹੜਾ ਇਸ ਆਰਗਿਊਮੈਂਟ ਨੂੰ ਡਰਾਈਵ ਕਰ ਰਿਹਾ ਹੁੰਦਾ ਹੈ। ਠੀਕ ਹੈ ਨਾ, ਯਾਨੀ ਮੈਨੂੰ ਯਾਦ ਹੈ ਜਦੋਂ ਅਸੀਂ ਇਸ ਟੀਨੇਜ ਵਿੱਚ ਸੀ, ਅਸੀਂ ਤੇ ਛੱਤਾਂ ਤੋਂ ਛਾਲਾਂ ਮਾਰ ਦਿੰਦੇ ਹੁੰਦੇ ਸੀ, ਸਾਨੂੰ ਅਸੀਂ ਕਨਸੀਕੁਐਂਸਿਸ ਦੇ ਬਾਰੇ ਸੋਚਦੇ ਨਹੀਂ ਸੀ ਹੁੰਦੇ, ਉਦੋਂ ਅਸੀਂ ਜੋ ਕਰਨਾ ਕਰ ਦੇਣਾ। ਕੀ ਚੀਜ਼ ਹੁੰਦੀ ਹੈ ਉਹ ਟੈਸਟੋਸਟੀਰੋਨ ਹੁੰਦਾ ਹੈ। ਸਾਡੇ 'ਚ ਇਹ ਹੁੰਦਾ ਕਿ ਮੈਂ ਇਹ ਮੁੱਕਾ ਮਾਰ ਕੇ ਨਾ ਕੰਧ 'ਚ ਮੋਰਾ ਕਰ ਦੇਣਾ, ਅਗਰ ਚਾਹੇ ਹੋਵੇ ਨਾ ਹੋਵੇ, ਲੇਕਿਨ ਅੰਦਰੋਂ ਇਹ ਸੋਚ ਹੁੰਦੀ ਹੈ, ਇੱਕ ਫੀਲਿੰਗ ਹੁੰਦੀ ਹੈ ਕਿ ਮੈਂ ਪੂਰੀ ਦੁਨੀਆ 'ਚ ਮੈਂ ਹੀ ਹਾਂ, ਜਿਹੜਾ ਪੂਰੀ ਦੁਨੀਆ ਮੇਰੇ ਉੱਤੇ ਚੱਲ ਰਹੀ ਹੈ। ਸਾਰੀ ਸੋਚ ਜਿਹੜੀ ਹੈ ਇਹਨੂੰ ਡਰਾਈਵ ਕਰ ਰਿਹਾ ਹੁੰਦਾ ਟੈਸਟੋਸਟੀਰੋਨ ਹਾਰਮੋਨ। ਠੀਕ ਹੈ ਨਾ, ਜਦੋਂ ਮਰਦ ਅੱਜ ਕੱਲ੍ਹ ਤੇ ਪ੍ਰੋਬਲਮ ਸ਼ੁਰੂ ਹੋ ਗਿਆ 35-40 ਸਾਲ ਤੋਂ, ਪਹਿਲੇ ਇਹ ਹੁੰਦਾ ਸੀ ਕਿ ਨੀਅਰਲੀ 50-60 ਸਾਲ ਤੋਂ ਬਾਅਦ ਟੈਸਟੋਸਟੀਰੋਨ ਥੱਲੇ ਜਾਣਾ ਸ਼ੁਰੂ ਹੁੰਦਾ ਸੀ, ਕੁਛ ਮਰਦਾਂ ਦਾ, ਕੁਛ ਦਾ 100 ਸਾਲ ਤੱਕ ਰਹਿੰਦਾ ਸੀ, 60 ਤੋਂ ਥੱਲੇ ਜਾਣਾ ਸ਼ੁਰੂ ਹੁੰਦਾ ਸੀ, ਔਰ ਆਹਿਸਤਾ ਆਹਿਸਤਾ, ਔਰ ਉਹਨਾਂ ਨੂੰ ਫੀਲ ਨਹੀਂ ਸੀ ਹੁੰਦਾ ਮਰਦਾਂ ਨੂੰ, ਉਹ ਵੀ ਇਸ ਚੀਜ਼ ਨੂੰ ਆਹਿਸਤਾ ਤੱਕ ਕੰਪਨਸੇਟ ਕਰ ਜਾਂਦਾ ਸਨ। ਠੀਕ ਹੈ, ਅਗਰ ਉਹਨਾਂ ਦੀ ਸੈਕਸ਼ੂਅਲ ਡਿਜ਼ਾਇਰ ਖਤਮ ਹੋ ਗਈ ਹੈ ਜਾਂ ਉਹ ਥੋੜ੍ਹੇ ਜਿਹੇ ਵੀਕ ਹੋ ਗਏ ਨੇ, ਉਹ ਐਕਸੈਪਟ ਕਰ ਲੈਂਦੇ ਸੀ ਕਿ ਮੇਰੀ 90 ਏਜ ਹੈ, ਮੇਰੀਆਂ ਅਗਰ ਹੱਡੀਆਂ ਥੋੜ੍ਹੀਆਂ ਕਮਜ਼ੋਰ ਹੋ ਗਈਆਂ ਜਾਂ ਮਸਲ ਲਟਕ। ਤੁਹਾਨੂੰ ਪਤਾ ਹੈ ਟੈਸਟੋਸਟੀਰੋਨ ਡੈਫੀਸ਼ੀਐਂਸੀ ਨੂੰ ਚੈੱਕ ਕਰਨ ਦਾ ਸਭ ਤੋਂ ਆਸਾਨ ਤਰੀਕਾ ਪਤਾ ਕੀ ਹੈ? ਇੰਜ ਬਾਂਹ ਕਰੋ, ਅਗਰ ਇੱਥੋਂ ਲਮਕੇ, ਇੱਥੋਂ ਗੋਸ਼ਤ ਲਮਕੇ ਜਾਂ ਇੱਥੋਂ ਗੋਸ਼ਤ ਲਮਕੇ, ਯੂ ਆਰ ਟੈਸਟੋਸਟੀਰੋਨ ਡੈਫੀਸ਼ੀਐਂਟ। ਕਿਉਂਕਿ ਅਗਰ ਤੁਹਾਡੀ ਬਾਡੀ ਟੈਸਟੋਸਟੀਰੋਨ ਪੂਰਾ ਹੋਏਗਾ ਨਾ, ਤੁਹਾਡੇ ਆંકੜੇ ਆਉਣਗੇ। ਅਜੇ ਮੈਂ ਦੇਖੀ ਚੀਜ਼ ਵੈਸੇ ਨੋਟ ਕੀਤੀ।
ਟੈਸਟੋਸਟੀਰੋਨ ਡੈਫੀਸ਼ੀਐਂਸੀ ਮਾਸ ਹੈਂਗ ਕਰਦਾ ਹੁੰਦਾ ਬਿਲਕੁਲ, ਇੱਥੋਂ ਲਟਕੇਗਾ, ਇੱਥੋਂ ਲਟਕੇਗਾ, ਇੱਥੋਂ ਲਟਕੇਗਾ, ਤੁਹਾਡੇ ਜਿਹੜੇ ਇਹ ਬ੍ਰੈਸਟ ਨੇ ਵੱਡੇ ਹੋਣੇ ਸ਼ੁਰੂ ਹੋ ਜਾਣਗੇ। ਇਹ ਸਿੰਪਟਮ ਹੁੰਦੀ ਹੈ। ਔਰ ਇਹਦੇ ਇਲਾਵਾ ਕੁਝ ਹੋਰ ਸਿੰਪਟਮਸ ਹੁੰਦੀਆਂ ਨੇ। ਮਸਲਨ ਜਿਸ ਵਕਤ ਮਰਦ ਫਿਊਚਰਿਸਟਿਕ ਥਿੰਕਿੰਗ ਬੰਦ ਕਰਦੇ, ਮੀਨਸ ਕਿ ਪੌਲ ਜੀ ਨੇ ਪਲਾਨ ਕੀਤਾ ਹੈ ਕਿ ਮੈਂ ਯਾਰ 5 ਸਾਲ ਬਾਅਦ ਨਾ ਮੇਰਾ ਪੱਕਾ ਪ੍ਰੋਗਰਾਮ ਹੈ ਕਿ ਮੈਂ ਪੈਰਿਸ ਵਿੱਚ ਜਿਹੜਾ ਨਾ मूव हो जाना और उत्थे बिजनेस शुरू कर देना है, या मैं कीनिया च प्रॉपर्टी लैनी है, या मैं अपने बेटे नूं जिहड़ा ना फलां जगह सैटल करना है। ये जिहड़ी एक फ्यूचरिस्टिक थिंकिंग हुंदी और प्लैनिंग हुंदी है, ये टेस्टोस्टेरोन ड्राइव कर रहा हुंदा, तुहाडे जज्बा हुंदा है, तुसी अगे लई सोच रहे हुंदे। लेकिन जो ही टेस्टोस्टेरोन डेफिशिएंट हुंदे हो तुसी थिंकिंग खत्म कर दिंदे। किस करके हुंदी है डेफिशिएंसी? हाँ जी, ये डेफिशिएंसी बहुत सारी चीज़ां करके हुंदी है। सब तो वड्डा अजकल जिहड़ा फैक्टर, 2-3 फैक्टर ने, जिहड़ा सब तो वड्डा 2 फैक्टर मैं गिणदा, एक नहीं चलो 2 गिणदा। एक तो यह है कि असी फूड दे विचों फैट का यूज घट कर दिता है, बल्कि बंद कर दिता है। और नाल ही हुण ते 30-35 साल की उम्र च कोलेस्ट्रोल दी गोलियां, कोलेस्ट्रोल तुहाडे टेस्टोस्टेरोन दी प्रोडक्शन बंद कर दे। रियली? हाँ जी, ठीक है। और अगर तुहाडी बॉडी कोल कोलेस्ट्रोल नहीं है तो तुहाडी बॉडी टेस्टोस्टेरोन बना ही नहीं सकती। पहला ये रीज़न है कि वो लोग जिन्हां दी एज 40 है, 50 है, 60 है और वो कोलेस्ट्रोल दी गोलियां खा रहे हैं, उन्होंने यकीनन अपने टेस्टोस्टेरोन के लैवल चैक कराने चाहिए ने। सिम्पटम की ने मैं तुहानूं सिम्पटम दसदा, फिर मैं तुहानूं दसदा। उत्ते सिर्फ दिमाग च हुंदा कि कोलेस्ट्रोल लो करना बस। हाँ जी, बस। अगर तुसी फ्यूचरिस्टिक थिंकिंग छड्ड दित्ती है, इरीटेबल हो, मीनस इरीटेबल ये है कि बाज़ लोग होंगे ने कि यार ये नज़दीक ही नहीं जाए, जदों ये गल करेंगे पुट्ठा ही जवाब देगा, ठीक है ना। ये हस के गल करोगे मूँह बना के जवाब देगा। जदों एक मेल दे विच ये ट्रांसफॉर्मेशन हो जाए कि वो बीवी कहे, इर्द गिर्द वाले कहण यार पता नहीं की हो गया, चंगा पर खुश रहने वाला बंदा तेनों की हो गया, तू हर वक्त मूँह ही बनाई फिरदा, हर बंदे ते गल पैंदा फिरदा। ये सिम्पटम हुंदा है कि उस मर्द दे विच टेस्टोस्टेरोन डेफिशिएंट हो गया, इरीटेबल हो गया, उन्होंने मज़ा नहीं आ रहा, ਉਹਨੂੰ ਕਿਸੇ ਚੀਜ਼ ਅਸੀਂ ਕਦੀ ਵੀ ਇਹ ਬਿਮਾਰੀ ਵੱਲ ਧਿਆਨ ਨਹੀਂ ਦਿੰਦੇ ਕਿ ਕੀ ਹੋ ਸਕਦਾ ਉਹਦਾ। ਵੀ ਨੈਵਰ ਥਿੰਕ ਆਫ ਦੈਟ। ਠੀਕ ਹੈ ਨਾ। ਅੱਛਾ, ਫਿਰ ਇਹ ਹੈ ਕਿ ਇਹ ਇੱਕ ਬੜਾ ਸਟ੍ਰਾਈਕਿੰਗ ਸਿੰਪਟਮ ਹੈ ਕਿ ਅਗਰ ਤੁਸੀਂ ਮਸਲਨ 60 ਸਾਲ ਤੋਂ ਉੱਪਰ ਦੇ ਮਰਦ ਹੋ, ਅਸੀਂ ਰਾਤ ਨੂੰ ਸੌਂਦੇ और तुहानूं बस अख खुलती है तो पूरी तुहाडा जिसम खास तौर पर अपर बॉडी पसीने च भरी हुई है, ठीक है। इतने पसीने च भरी हुई है कि तुहानूं जाके ते कपड़े बदलने पैंदे ने कि गिले हो जांदे। दैट इज़ टेस्टोस्टेरोन डेफिशिएंसी, ठीक है। तुहाडी बॉडी जिहड़ी है रौला पा रही है, ठीक है। अच्छा, और डिप्रैशन च चले जाना। बाज़ लोग टोटली ਜਦੋਂ ਉਹ ਕਿਉਂਕਿ ਉਹਨਾਂ ਦੀ ਬੋਡੀ ਟੈਸਟੋਸਟੀਰੋਨ ਤੋਂ ਇਤਨੀ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਔਰ ਇਤਨਾ ਲਾਈਕ ਕਰਦੀ ਹੈ ਟੈਸਟੋਸਟੀਰੋਨ ਨੂੰ ਕਿ ਉਹ ਚੱਲ ਰਹੀ ਹੁੰਦੀ ਹੈ ਉਦੋਂ ਤੇ ਕਿ ਉਹਨਾਂ ਲੋਕਾਂ ਦੀ ਇਹੋ ਜਿਹੇ ਲੋਕ 5% 10% ਕਿ ਉਹਨਾਂ ਲੋਕਾਂ ਨੂੰ ਜਦੋਂ ਡਿਪ ਮਿਲਦਾ ਹੈ ਨਾ ਉਹ ਬਰਦਾਸ਼ਤ ਨਹੀਂ ਕਰ ਸਕਦੇ। ਪਰ ਜਿਹੜੇ ਕਿ ਲੋਕਾਂ ਦੇ ਆਮ ਹੱਥ ਸਵੈਟੀ ਰਹਿੰਦੇ ਨੇ, ਹਾਂਜੀ, ਉਹ ਡਿਫਰੈਂਟ ਹੈ। ਉਹ ਹੈ ਐਡਰੀਨਲ ਗਲੈਂਡ ਦਾ ਮਸਲਾ। ਅੱਛਾ, ਉਹ ਡਿਫਰੈਂਟ ਚੀਜ਼ ਹੈ, ਉਹ ਐਡਰੀਨਲ ਗਲੈਂਡ ਦਾ ਮਸਲਾ ਹੈ। ਅੱਛਾ, ਹੁਣ ਅਗਰ ਤੁਸੀਂ ਟੈਸਟੋਸਟੀਰੋਨ ਨੂੰ ਬੂਸਟ ਦੇਣਾ ਹੈ, ਕੰਮ ਦੀ ਗੱਲ ਲਾਉਂਦੇ ਆ ਨਾ ਲੋਕ ਕਹਿਣਗੇ ਬਾਕੀ ਤੇ ਗੱਲਾਂ ਹੁਣ ਦੱਸ ਸਹੀ ਹੈ, ਫਾਇਦਾ ਦੱਸੋ ਕੀ ਹੁਣ ਦੱਸ ਕੇ ਇਹਨੂੰ ਵਧਾਣਾ ਕਿਵੇਂ। ਵਧਾਣਾ ਕਿਵੇਂ? ਅੱਛਾ, ਇਹਦੇ ਸਭ ਤੋਂ ਵੱਡੀ ਗੱਲ ਤੇ ਇਹ ਹੈ, ਜਿਵੇਂ ਆਪਾਂ ਕਹਿੰਦੇ ਆ ਕਿ ਕੋਈ ਵੀ ਚੀਜ਼ ਤੁਸੀਂ ਰॉ ਮਟੀਰੀਅਲ ਤੋਂ ਬਗੈਰ ਨਹੀਂ ਬਣਾ ਸਕਦੇ। ਹੁਣ ਟੈਸਟੋਸਟੀਰੋਨ ਜਾਂ ਜਿਤਨੇ ਵੀ ਸਟੀਰਾਇਡ ਹਾਰਮੋਨ ਨੇ ਜਿਹੜੀ ਸਾਡੀ ਬਾਡੀ ਬਣਾਉਂਦੀ ਹੈ, ਉਹਨਾਂ ਸਾਰਿਆਂ ਦਾ ਰॉ ਮਟੀਰੀਅਲ ਕੋਰਟੀਸੋਲ ਹੈ। एक कोर्टिसोल ही हुंदा है जिन्हों मुख्तलिफ एंजाइम 3-4 स्टैप चेंज करके हार्मोन बना देंगे। हुण जो कोर्टिसोल जो तुहाडे कोल कोलेस्ट्रोल ही नहीं होएगा, जो कोलेस्ट्रोल मौजूद ही नहीं होएगा, टेस्टोस्टेरोन नहीं बन सकता। ਅਸੀਂ ਖੁਦ ਲੋਕ ਕੀਤਾ ਹੋਇਆ, ਅਸੀਂ ਖੁਦ ਲੋਕ ਕੀਤਾ ਹੋਇਆ। ਇੱਕ ਫੂਡ ਨਹੀਂ ਖਾ ਰਹੇ ਪ੍ਰੋਪਰ और दूसरा दवाइयाँ खा के। अच्छा, एक तो ये है। दूसरा ये है कि टेस्टोस्टेरोन नूं अज दे दौर च वैसे तो हमेशा ही है, जिहड़ी चीज़ बुरी तरह डैमेज कर दी है वो स्ट्रैस है। जो ही तुसी स्ट्रैस से जाते हो ना, तुहाडी बॉडी टेस्टोस्टेरोन नूं इंज यूज़ करना शुरू कर दी टू कंपनसेट योर स्ट्रैस। और दूसरा ये है कि जो ही स्ट्रैस से जाते हो तुहाडी बॉडी टेस्टोस्टेरोन के प्रोडक्शन रोक देंदी है। वो कहती है हुण ये मौज मेले वाला टाइम नहीं है, हुण स्ट्रैस नाल लड़ना है। वो ओदी जगह ते कोर्टिसोल हार्मोन बनाना शुरू कर देंदी है। तुसीं मैनूं कहा सी पसीना आंदा है, वो कोर्टिसोल हार्मोन नाल आ रहा हुंदा है कि ओवर स्ट्रैस की वजह नाल तुहाडा जिहड़ा एड्रीनल ग्लैंड है वो
ओवर स्टिमुलेंट हो गया और तुहाडे स्ट्रैस कंट्रोल नहीं हो रहा और तुहाडे स्वैट ग्लैंड जिहड़े ने वो एक्टिवेट हो गए ने। तो आम तौर पर टेस्टोस्टेरोन वधाउण लई जिहड़ी चीज़ मैं सुजैसट करदा जिन्हां चीज़ां नाल वध सकदा टेस्टोस्टेरोन, योगा है, मैਡੀਟੇਸ਼ਨ, क्योंकि ये तुहाडे स्ट्रैस लैवल नूं थल्ले लै आएगी। जो स्ट्रैस लैवल तुहाडा थल्ले आ जाएगा तुहाडा टेस्टोस्टेरोन आप ही ऊपर जाना शुरू हो जाएगा। ठीक है। दूसरा है फैट नाल मुहब्बत करो, देसी घ्यो नाल लव करो, कोकोनट ऑयल यूज़ करो, एवोकाडो खाया करो, कच्चा ओलिव ऑयल यूज़ करो। इन्हां चीज़ां नाल टेस्टोस्टेरोन दा लैवल अप जाता है। ड्रिंकिंग और स्मोकिंग खा जाते हैं टेस्टोस्टेरोन। ਜਿਹੜਾ मर्द ड्रिंक करता ना ਉਹਦਾ हमेशा टेस्टोस्टेरोन का लैवल लो ही रहेगा। हाँ जी, ये एक डिफरेंट चीज़ है। मसलन अगर कोई मर्द ड्रिंक करेगा ना तो ड्रिंक तो फौरन बाद ਉਹਦੀ ਜਿਹੜੀ सैक्शुअल डिज़ायर है वो फौरन खत्म हो जाएगी। एक्सपेरिमेंट कर लें ਜਿਹੜੇ ਮੈਨੂੰ सुन रहे हैं। औरत अगर ड्रिंक करेगी ਉਹਦੀ सैक्शुअल डिज़ायर इंक्रीज हो जाएगी। दोवां ते डिफरेंट इफेक्ट हो रहे। हाँ जी, तो जिन्हां लोगों को वो सस्पैक्ट कर रहे हैं टेस्टोस्टेरोन घट है उन्होंने मैं सुजैसट करांगा कि अगर तुसी ड्रिंक करते हो तो बंद कर देनी चाहिए है। वैसे तो ड्रिंक हर किसी को बंद कर देनी चाहिए है, अपने आप को पॉइजन करने का कोई फायदा नहीं है। ये ड्रिंक जिहड़ा है ये अपने आप को असी पॉइजन कर रहे हैं, मार रहे हैं। ठीक है ना, कोई बेनीफिट नहीं है। झूठ बोलते हैं लोग जिहड़े कहते हैं जी शराब का फायदा है जी हार्ट को सेफ रखती, टोटली झूठ बोलते हैं। ठीक है, ये प्रोपेगेंडा है। शराब का कोई फायदा नहीं है। शराब तुहाडे लिवर को खा रही है, तुहाडे ब्रेन को खा रही है, तुहाडे सोशल इंटरैक्शन को डिस्टर्ब कर रही है और तुहाडी प्रोडक्टिव लाइफ को डैमेज कर रही है। शराब को छड्ड दे। भाजी एक गल हैगी है, जो भी लोग देख रहे हैं अकाल चैनल नाल जुड़े हुए ने ना बहुत गौर नाल सुनते हैं प्रोग्राम, लेकिन छड्डणगे नहीं जब तक आखिर ते कोई मैडिकली ना छड्डना पड़े। मेरा ख्याल है कि अज की साड़ी तकरीर सुन के एक दो जरूर छड्डणगे, देखते हैं कौन है। पता कि मैं ऑनेस्टली मैं हमेशा एक ना नॉट बिकॉज अभी तुसी सारे यू आर पार्ट ऑफ अकाल चैनल, प्लीज़ अकाल चैनल देखा करो। ਅਸੀਂ तरह तरह के प्रोग्राम लैके आने, वेरी इंफॉर्मेटिव, वेरी एजुकेशनल, कितने बच्चों का भला, कितने बजुर्गों का भला, दिस इज मैडिकल का भला। जरूर ऑलवेज ट्यून इन टू द अकाल चैनल। हाँ जी भाजी। तो देसी घ्यो है या फैट है, ये टेस्टोस्टेरोन बहुत अच्छा बूस्ट दिंदी है। अच्छा, विटामिन ई जिहड़ा है लिक्विड प्योर यूज़ करना ये बड़ा बेनीफिशियल है। अजय सॉरी जब तुसी ऑलिव की गल की, ऑलिव खा सकते हैं? हाँ, जब फ्रेश ऑलिव मिलते हैं। हाँ जी, बहुत अच्छा बेनीफिशियल है। बेनीफिशियल, बिल्कुल बेनीफिशियल। मिठा जिहड़ा है इंतहाई नुकसानदेह है तुहाडे टेस्टोस्टेरोन लैवल लई, क्योंकि जो ही तुहाडा टेस्टोस्टेरोन मसलन मिठा तुसीं खाओगे ना, इंसुलिन का लैवल हाई जाएगा ना, वो तुहाडे टेस्टोस्टेरोन नूं सप्रेस कर देगी। वो कहेगी ठहर जा, हुण तेरा काम खत्म हो गया, हुण मेरा काम है। तो मिठा घट खाना चाहिए। अगर बाज़ लोगों को शौक है कि असी मिठा थोड़ा बहुत खाना होंदा है, मतलब चाह चूज पाना है, तो उन्होंने मैं रिकमेंड करता हूँ कि रॉ हनी यूज़ कराया करो। ठीक है ना, रॉ हनी के बारे भी, क्योंकि मैं हुण जदों दी फार्मिंग शुरू की तो मैं चीज़ां लर्न कर रहा हाँ कि ये जिहड़ी मोस्टली हनी यूज़ होंदी है कमर्शली, वो की करते हैं हनी का इधर वो रखिया बॉक्स बीज का और नाल ही प्यालियां च भर के ना शीरा उन्होंने दरवाज़ों के इर्द गिर्द रख दिता, उतों मक्खी निकलेगी, वही शीरा पिएगी जाके तो हनी बनाना शुरू कर देगी। वो हनी नहीं है, वो जोक है। ठीक है ना, हनी तुहानू वो लभना चाहिए है जिहड़ा वाइल्ड फ्लावर्स चों मक्खी ने टुर फिर के इकट्ठा किया होवे। वो हनी टेस्टोस्टेरोन के लैवल नू अप करने हेल्प करता है, वो डाउन नहीं करता, वो अप करता है। रॉ हनी जिहड़ा है मिठे लिए कभी गुड़ खाना होवे कदे वो भी अच्छा है। ठीक है हाँ जी, लेकिन गुड़ का इफेक्ट तो टेस्टोस्टेरोन ते नहीं होना, रॉ हनी का होंदा। रॉ हनी बूस्ट दिंदी है तुहाडे टेस्टोस्टेरोन के लैवल। ठीक है। अच्छा, उस तो इलावा जिहड़े लोग नॉन वैज ने उन्होंने बेनीफिट मिल सकता है अगर वो मीट कंज्यूम करन, तो उहदे वजह नाल भी टेस्टोस्टेरोन अप होंदा। एनीमल फैट नाल भी टेस्टोस्टेरोन का लैवल अप होंदा है। पर जी जिहड़े सारे टोटली वेजिटेरियन उन्हां लई दस दिता है ना, ये कोकोनट ऑयल तुहानू दस्सिया है, देसी घ्यो दस्सिया है, एवोकाडो दस्सिया है, ओलिव ऑयल दस्सिया, यानी फैटी सोर्सेज लैके ये मैं उन्होंने ऑप्शन दे रहा जिहड़े नॉन वैज ने और उन्होंने जहन च आ रहा होगा कि मीट खाने नाल साडा लैवल डाउन तो नहीं होएगा, उन्होंने मैं दस रहा अगर तुसी हेल्दी अच्छा मीट यूज़ करो तो उहदे नाल लैवल नहीं डाउन होंदा। ठीक है। अच्छा, बाकी ये तो हर कोई कहता है कि जी फ्रूट सैलड यूज़ करने चाहिए ने, इहदे नाल तुहाडे हार्मोन्स जिहड़े ने वो बैलेंस होंदे ने। ठीक है। अच्छा, बाकी अगर तुहानू मेरी नज़र दे विच
ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਥ੍ਰੰਬੋਸਿਸ ਦਾ ਮਸਲਾ ਹੈ, ਮਸਲਨ ਉਹਨਾਂ ਦੀ ਵੇਨਸ, ਡੀਪ ਵੇਨਸ ਦੇ ਵਿੱਚ ਕਲੌਟਿੰਗ ਹੁੰਦੀ ਹੈ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਅਗਰ ਉਹ ਮਰਦ ਨੇ ਤੇ ਕਿ ਤੁਸੀਂ ਪਲੀਜ਼ ਆਪਣੇ ਟੈਸਟੋਸਟੀਰੋਨ ਦੇ ਲੈਵਲ ਚੈੱਕ ਕਰਾਓ। ਟੈਸਟੋਸਟੀਰੋਨ ਦੇ ਲੈਵਲ ਨੂੰ ਚੈੱਕ ਕਰਾਉਣ 'ਚ ਵੀ ਇੱਕ ਚੱਕਰ ਚੱਲ ਰਿਹਾ, ਬਹੁਤ ਵੱਡਾ ਚੱਕਰ ਹੈ, ਉਹ ਮੈਂ ਐਕਸਪਲੇਨ ਕਰ ਦਿੰਦਾ। ਮਸਲਨ ਹੁਣ ਜਿਹੜਾ ਇਸ ਸਿਸਟਮ ਨੇ ਟੈਸਟੋਸਟੀਰੋਨ ਦਾ ਲੈਵਲ ਬਣਾਇਆ, ਦੈਟ ਇਜ਼ ਅ ਬਿਗ ਜੋਕ। ਉਹ 200 ਤੋਂ ਲੈ ਕੇ 1800 ਤੱਕ ਲੈਵਲ ਹੈ, ਯਾਨੀ ਜਿਸ ਬੰਦੇ ਦਾ 210 ਹੈ ਉਹ ਵੀ ਨਾਰਮਲ ਹੈ, ਔਰ ਜਿਹਦਾ 1610 ਹੈ ਉਹ ਵੀ ਨਾਰਮਲ ਹੈ। ਯਾਰ ਇਹ ਤੇ ਪਤਾ ਨਹੀਂ ਇਹੋ ਜਿਹੀ ਮੈਡੀਕਲ ਸਾਇੰਸ ਨੂੰ ਕੌਣ ਬੰਦੇ ਬਲੀਵ ਕਰ ਲੈਂਦੇ ਨੇ, ਮੇਰੀ ਤਾਂ ਸਮਝ ਤੋਂ ਬਾਹਰ ਹੈ। ਯਾਨੀ ਤੁਸੀਂ ਇਤਨਾ ਵੱਡਾ ਗੈਪ ਦਿਓਗੇ ਔਰ ਉਸ ਗੈਪ ਦੇ ਵਿੱਚ ਜਿਹੜੀ ਪਾਪੂਲੇਸ਼ਨ ਕਿਸੇ ਦਾ ਉਹ ਲੈਵਲ ਹੈ ਉਹ ਵੀ ਨਾਰਮਲ ਹੈ, ਤੇਰਾ ਇਹ ਲੈਵਲ ਤੂੰ ਵੀ ਨਾਰਮਲ ਹੈ, ਤੁਹਾਡੀ ਬਾਡੀ ਫੰਕਸ਼ਨ ਕਿਵੇਂ ਕਰੇਗੀ? ਇਹ ਚੀਜ਼ ਕੌਣ ਐਸਟੈਬਲਿਸ਼ ਕਰੇਗਾ ਕਿ ਡਾਕਟਰ ਵਾਲੀ ਦੀ ਬਾਡੀ ਨੂੰ 900 ਮਿਲੀਗ੍ਰਾਮ ਚਾਹੀਦਾ ਹੈ ਟੈਸਟੋਸਟੀਰੋਨ ਬਲੱਡ ਵਿੱਚ, 200 ਨਹੀਂ ਚਾਹੀਦਾ, ਜਾਂ 1800 ਚਾਹੀਦਾ, 200 ਨਹੀਂ ਚਾਹੀਦਾ, ਜਾਂ 900 ਨਹੀਂ ਚਾਹੀਦਾ, 300 ਚਾਹੀਦਾ। ਉਹੀ ਬਾਡੀ ਤੇ ਡਿਪੈਂਡ ਹੋ ਗਿਆ ਨਾ, ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ। ਹਾਂਜੀ, ਇਸ ਚੀਜ਼ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਜਾਵਾਂ ਸਸਪੈਕਟ ਕਰ ਰਿਹਾ ਕਿ ਮੇਰਾ ਟੈਸਟੋਸਟੀਰੋਨ ਦਾ ਲੈਵਲ ਘੱਟ ਹੈ, ਮੈਂ ਜਾਵਾਂ ਉਹ ਚੈੱਕ ਕਰਨ 210, ਡਾਕਟਰ ਕਹੇ ਯੂ ਆਰ ਪਰਫੈਕਟਲੀ ਆਲਰਾਈਟ। ਨਹੀਂ ਭਾਜੀ ਟਾਈਮ ਬੜਾ ਥੋੜਾ ਰਹਿੰਦਾ ਬ੍ਰੇਕ ਲੈਣ ਲਈ। ਤੁਸੀਂ ਦੱਸਿਆ ਕਿ ਕਲੌਟ ਹੁੰਦੇ ਪੈਰਾਂ ਦੇ ਵਿੱਚ, ਵਾਟਸ ਦ ਡਿਫਰੈਂਟ ਜਿਹੜੇ ਕਲੌਟ ਹੁੰਦੇ ਤੇ ਕ੍ਰੈਂਪ ਦੇ ਵਿੱਚ ਕੀ ਫਰਕ ਹੈ? ਕ੍ਰੈਂਪ ਬਿਲਕੁਲ ਡਿਫਰੈਂਟ ਚੀਜ਼ ਹੈ, ਉਹ ਤੇ ਮਸਕੂਲਰ ਹੁੰਦੇ ਆ। ਕ੍ਰੈਂਪਸ ਜਿਹੜੇ ਨੇ ਤੁਹਾਡੇ ਹਾਰਮੋਨਸ ਕਰ ਰਹੇ ਹੁੰਦੇ ਨੇ। ਕ੍ਰੈਂਪਸ ਜਿਹੜੇ ਨੇ ਇਹਦੇ ਚ ਮੋਸਟਲੀ ਤੁਹਾਡਾ ਐਡਰੀਨਲ ਜਿਹੜਾ ਕੋਰਟੀਸੋਲ ਹਾਰਮੋਨ ਹੈ ਔਰ ਜਿਹੜਾ ਥਾਇਰਾਇਡ ਹਾਰਮੋਨ ਹੈ, ਇਹਨਾਂ ਦੀ ਡੈਫੀਸ਼ੀਐਂਸੀ ਦੀ ਵਜ੍ਹਾ ਨਾਲ, ਜਾਂ ਅਗਰ ਤੁਹਾਡੇ ਮਸਲ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਵੜ ਗਈ ਹੈ ਤੁਹਾਡੇ ਮਸਕੂਲਰ ਸੈਲ, ਲੇਕਿਨ ਬਲੱਡ ਨਹੀਂ ਕਲੌਟ ਹੁੰਦਾ, ਰੁਕਦਾ ਨਹੀਂ ਹੈ। ਨਹੀਂ, ਇਹਦਾ ਬਲੱਡ ਸਰਕੂਲੇਸ਼ਨ ਉਹ ਡਿਫਰੈਂਟ ਚੀਜ਼ ਹੈ। ਉਹ ਤੇ ਉਹਨੂੰ ਅਸੀਂ ਮੈਡੀਕਲ ਟਰਮੀਨੋਲੋਜੀ 'ਚ ਲੈਗ ਐਂਜਾਈਨਾ ਕਹਿੰਦੇ ਆ। ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਲੌਟ ਹੋ ਜਾਂਦਾ, ਉਹ ਲੈਗ ਐਂਜਾਈਨਾ ਹੁੰਦਾ, ਉਹ ਡਿਫਰੈਂਟ ਚੀਜ਼ ਹੈ। ਜੇ ਤੁਸੀਂ ਖੜੇ ਹੋ ਜਾਓ ਤੇ ਠੀਕ ਹੋ ਜਾਂਦਾ ਇੱਕਦਮ। ਹਾਂਜੀ, ਉਹ ਕਿਉਂਕਿ ਅਗਰ ਮੂਵ ਹੋ ਜਾਏ ਜਾਂ ਕ੍ਰੈਂਪਸ ਜਿਹੜੇ ਨੇ ਉਹ ਡਿਫਰੈਂਟ ਚੀਜ਼ ਹੈ। ਭਾਜੀ ਥੈਂਕ ਯੂ, ਸੌਰੀ ਮਾਫੀ ਚਾਹਾਂਗਾ, ਟਾਈਮ ਬੜੀ ਫਾਸਟ ਜਾ ਰਿਹਾ ਹੈ। बहुत अच्छा टॉपिक है, अच्छी गल्लां कर रहे हैं भाजी। बेशक इंटरस्ट ना देखा करो प्लीज़, गौर करना नहीं करना वो थोड़ी अपनी मर्जी है। अकाल चलने तो हमेशा साड़ी कोशिश होती है, मैं हुण भी कह के हटिया कि कुछ ना कुछ असी फायदा हो सके। प्लीज़ स्टे ट्यून्ड इन, डोंट गो टू फार। असी डॉक्टर नाल गल्लां करदे रहांगे। सत श्री अकाल जी। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚ-ਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡਸ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। वेलकम बैक इन द सैकेंड पार्ट। बहुत मैं हमेशा कहना डॉक्टर वली का प्रोग्राम तो काफ़ी सुनिया करो, गौर करना निकलना थोड़ी मर्जी है, फिर भी टाइम ना जाया करते हुए असी जेडे डॉक्टर वली के पेशेंट है असी बेशक कॉल लैने हैं जो डॉक्टर वली ने बड़ी दुआ देंगे ने, जो ठीक हो जाते हैं, तुरंत उन्होंने सेहत वगैरह ठीक हो जाती है। अज असी डिसाइड किया कि साडे नाल भाजी आए ने साडे स्टूडियो विच, जो कि स्पेन जाके असीं उन्हां नाल गल करांगे। उन्हां नाम कुलवंत राय, मैं सर ने भूल गया भाजी, औजला, कुलवंत राय औजला। भाजी स्वागत करते हैं थोड़ा, थैंक यू वेरी मच। सब तो पहला सारे देखने वालियां नूं मेरे वालों प्यार भरी सत श्री अकाल, सत श्री अकाल जी, नमस्ते, अस्सलाम वालेकुम। जांबो ਤੁਸੀਂ ਪਿੱਛੋਂ ਕਿੱਥੋਂ? ਪਿੱਛੋਂ ਹੁਸ਼ਿਆਰਪੁਰ। ਹੁਸ਼ਿਆਰਪੁਰ ਤੁਸੀਂ ਜਾਂਬੋ ਤੋਂ ਮੈਨੂੰ ਲੱਗਾ ਸ਼ਾਇਦ ਕੀ ਨਾ ਤੋਂ ਹੀ ਸਿੱਖਿਆ ਜਾਂਬੋ। ਸਾਡਾ ਭਾਜੀ ਜਾਂਬੋ ਦਾ ਇੱਕ ਫਾਇਦਾ ਹੈਗਾ ਕਿ ਇੱਕ ਜਾਂਬੋ ਕਹਿ ਦੋ ਉਹ ਹਰ ਕੌਮ ਨੂੰ ਚਲੇ ਜਾਂਦਾ। ਇੱਥੇ ਤਾਂ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ, ਅਸਲਾਮ ਅਲੈਕੁਮ, ਉਹ ਜਾਂਬੋ ਕਹਿ ਦੋ ਸਾਰਿਆਂ ਨੂੰ ਚਲੇ ਗਿਆ। ਸਸਤਾ ਭਾਜੀ ਤੁਸੀਂ ਦੱਸੋ ਆਪਣੀ ਥੋੜੀ ਸਟੋਰੀ। ਸਪੇਨ ਜਾ ਕੇ ਆਏ ਹੋ, ਸ਼ਾਇਦ ਤੁਸੀਂ ਟੀਵੀ 'ਚ ਦੇਖਿਓ ਨਾ, ਸਾਨੂੰ ਵੀ ਮੌਕਾ ਲੱਗਾ ਸੀ ਸਪੇਨ ਜਾਣ ਦਾ। ਅਸੀਂ 3-4 ਦਿਨ ਜਾ ਕੇ ਉੱਥੇ ਡਾਕੂਮੈਂਟਰੀ ਬਣਾ ਕੇ ਦਿਖਾਈ ਲੋਕਾਂ ਨੂੰ, ਤੇ ਟੀਵੀ ਦੇ ਉੱਪਰ ਦੇਖਣਾ ਅਸੀਂ ਜੋ ਕਹਿ ਸਕੇ ਉਹਨਾਂ ਬਹੁਤਾ ਨਹੀਂ ਦਿਖਾਇਆ ਜਾਂਦਾ ਇੱਕ ਘੰਟੇ ਦੇ ਵਿੱਚ। ਤੁਸੀਂ ਕੀ ਐਕਸਪੀਰੀਅੰਸ ਸ਼ੇਅਰ ਕਰਦੇ ਚਾਹੁੰਦੇ ਆਪਣਾ? ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਤੰਦਰੁਸਤ ਸਮਝਦਾ ਸੀ, ਤੇ 2-3 ਸਾਲ ਤੋਂ ਮੈਂ ਆਪਣਾ ਖਾਣਾ ਵੀ ਬਦਲਿਆ ਆ, ਐਕਸਰਸਾਈਜ਼ ਵੀ ਕਰਦਾ ਸੀ, ਯੋਗਾ ਵੀ ਕਰਦਾ ਸੀ, ਮੈਡੀਟੇਸ਼ਨ ਵੀ ਕਰਦਾ ਸੀ। ਪਰ 21 ਦਿਨ ਇਹਨਾਂ ਦੇ ਕੋਲ ਰਹਿਣ ਤੋਂ ਬਾਅਦ ਮੈਨੂੰ ਹੁਣ ਪਤਾ ਲੱਗਾ ਕਿ ਤੰਦਰੁਸਤੀ ਕਿਹਨੂੰ ਕਿਹਾ ਜਾ ਸਕਦਾ। ਤੇ ਉਹ ਤੁਹਾਡਾ ਕੰਮ ਤੁਹਾਨੂੰ ਲੱਗਦਾ ਕਿ ਮੈਂ ਟਾਈਮ ਵੀ ਵੇਸਟ ਕੀਤਾ ਹੈ? ਨਹੀਂ, ਉਹ ਵੀ ਕੰਮ ਆਈ, ਉਹ ਕੰਮ ਆਈ ਆ ਕਿਤੇ ਨਾ ਕਿਤੇ। ਹਾਂਜੀ, ਤੇ ਮੈਂ 10-10 ਕਿਲੋਮੀਟਰ ਨੱਠਦਾ ਸੀ। ਰੀਅਲੀ? ਇੱਕ ਦਿਨ ਮੈਂ 21 ਕਿਲੋਮੀਟਰ ਤੁਰ ਕੇ ਆਇਆ, ਤੇ ਮੈਂ ਪਾਰ ਕਰਨ ਵੀ ਕਰਦਾ।
ਤੇ ਕਾਫੀ ਐਕਟਿਵ ਹੈ ਮੈਂ ਭਾਜੀ ਹੱਥ ਮਿਲਾਉਣਾ ਕਿਸੇ ਨਾਲ ਕੁਛ ਸਿਰ ਤੇ ਹੱਥ ਫੇਰਨਾ ਕੋਈ ਮੇਰੇ ਤੇ ਆਦਤ ਪੈ ਸਕਦੀ ਕਿਉਂਕਿ ਮੈਂ ਬੜਾ ਯੋਗਾ ਕਰਨ ਭਾਜੀ ਹਮੇਸ਼ਾ ਕਹਿੰਦੇ ਨੇ ਕਿ ਤੁਸੀਂ ਇਹ ਕਰੋ ਉਹ ਕਰੋ ਬੰਦਾ ਮੈਂ ਲੋਕਾਂ ਨੂੰ ਕਹੀ ਜਾਂਦਾ ਕਿ ਲੋਕ ਨਹੀਂ ਗੌਰ ਕਰਦੇ ਮੈਂ ਇੱਕ ਉਹਨਾਂ ਦੇ ਵਿੱਚੋਂ ਮੈਂ ਵੀ ਕਹਾਂਗਾ ਉਹ ਚੀਜ਼ ਯੋਗਾ ਅਸੀਂ ਰਾਮਦੇਵ ਤੋਂ ਸਿੱਖਿਆ ਸੀ ਅੱਜ ਤੋਂ 20-25 ਸਾਲ ਪਹਿਲਾਂ। ਅੱਛਾ ਉਹਨਾਂ ਦੇ ਹੈਲਥ ਸੈਂਟਰ 'ਚ ਵੀ ਗਏ ਸੀ ਤੇ ਉਹਨਾਂ ਦੇ ਦੂਸਰੇ ਸੈਂਟਰ 'ਚ ਵੀ ਗਏ ਸੀ ਤੇ ਉੱਤੋਂ ਅਸੀਂ ਮੈਂ ਔਰ ਮੇਰੀ ਵਾਈਫ ਦੋਨੋਂ ਉੱਤੋਂ ਅਸੀਂ ਯੋਗਾ ਕਰਦੇ ਆਏ ਹਾਂ। ਭਾਜੀ ਸ਼ੋਰਟ 'ਚ ਮੈਨੂੰ ਦੱਸੋ ਤੁਸੀਂ ਐਕਚੁਅਲੀ ਸਪੇਨ ਕਿਉਂ ਗਏ ਸੀ ਕਾਹਦੇ ਲਈ ਗਏ ਸੀ? ਸਭ ਤੋਂ ਜ਼ਿਆਦਾ ਜ਼ਰੂਰੀ ਸੀਗਾ ਮੇਰੀ ਧਰਮ ਪਤਨੀ ਲਈ। ਅੱਛਾ ਕਿਉਂਕਿ 2.5 ਸਾਲ ਤੋਂ ਉਹਨਾਂ ਨੂੰ ਆਰਥਰਾਈਟਿਸ ਦੇ ਨਾਲ ਇੰਨੀ ਕੁ ਜ਼ਿਆਦਾ ਤਕਲੀਫ ਸੀ ਕਿ ਥੋੜੇ ਚਿਰ ਤੋਂ ਬਾਅਦ ਤਾਂ ਫਿਰ ਉਹ ਘਰ ਦਾ ਕੰਮ ਵੀ ਨਹੀਂ ਸੀ ਹੁੰਦਾ ਤੇ ਬਾਲ ਵੀ ਨਹੀਂ ਸੀ ਬਹਿੰਦੇ, ਕੱਪੜੇ ਵੀ ਨਹੀਂ ਸੀ ਧੋ ਹੁੰਦੇ, ਕੱਪੜੇ ਪਾ ਨਹੀਂ ਸੀ ਹੁੰਦੇ ਔਰ ਮੰਜੇ ਤੇ ਹੀ ਬਹਿਣਾ ਪੈਂਦਾ ਸੀ। ਰੀਅਲੀ ਡੰਡੇ ਤੋਂ ਬਗੈਰ ਤੁਰ ਨਹੀਂ ਸੀ ਸਕਦੇ। ਫਿਰ ਅਸੀਂ ਪ੍ਰੋਗਰਾਮ ਤੇ ਸਦਾ ਦੇਖਦੇ ਹੀ ਸੀਗੇ ਥੋੜਾ ਬਹੁਤਾ ਮਨ ਵਿੱਚ ਮਤਲਬ ਫੂਡ ਦੇ ਬਾਰੇ ਚੇਂਜਸ ਲਿਆਉਣੀਆਂ ਚਾਹੀਦੀਆਂ ਔਰ ਹੈਲਦੀ ਰਹਿਣਾ ਚਾਹੀਦਾ, ਉਹ ਤੇ ਸੀਗਾ ਹੀ। ਔਰ ਉਸ ਤੋਂ ਬਾਅਦ ਅਸੀਂ ਇੱਕ ਵਾਰ ਟੀਵੀ ਤੇ ਪ੍ਰੋਗਰਾਮ ਦੇਖਿਆ ਡਾਕਟਰ ਸਾਹਿਬ ਦਾ ਜਿਨ੍ਹਾਂ ਨੂੰ ਨੈਸ਼ਨਲ ਹੈਲਥ ਸਰਵਿਸ ਵਾਲਿਆਂ ਨੇ ਜਵਾਬ ਦੇ ਦਿੱਤਾ ਸੀ। ਉਹ ਡਾਕਟਰ ਮਦਨਜੀਤ ਸਾਹਿਬ ਦਾ ਨਹੀਂ? ਅੱਛਾ ਮਦਨ ਜੋ ਹਾਂ ਖੁਦ ਡਾਕਟਰ ਸਨ ਉਹ। ਹਾਂਜੀ ਖੁਦ ਡਾਕਟਰ ਸਨ। ਹਾਂ ਤੇ ਉਸ ਤੋਂ ਬਾਅਦ ਫਿਰ ਦੋਨਾਂ ਨੇ ਸਲਾਹ ਕੀਤੀ ਇਹਨਾਂ ਤੋਂ ਗੋਲੀਆਂ ਇਹਨਾਂ ਦੇ ਕੈਪਸੂਲ ਲੈ ਕੇ ਤਾਂ ਅਸੀਂ 6 ਮਹੀਨੇ ਤੋਂ ਪਹਿਲਾਂ ਸ਼ੁਰੂ ਕੀਤੇ ਹੋਈ ਸੀਗੇ ਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ ਮੈਂ ਕਿਹਾ ਵੀ ਇਦਾਂ ਕਰਦੇ ਹਾਂ ਵੀ ਜਾ ਕੇ ਆਉਂਦੇ ਹਾਂ ਕਾਹਨੂੰ ਐਵੇਂ ਤੰਗ ਹੋਈ ਜਾਣਾ ਇੰਨਾ ਚੱਕਰ ਹੋਰ ਠੀਕ ਹੈ ਵੀ ਛੇਤੀ ਆਰਾਮ ਆ ਜਾਊਗਾ। ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਹੈ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ 6 ਤਰੀਕ ਨੂੰ ਆ ਜਾਓ 3 ਹਫ਼ਤਿਆਂ ਲਈ ਆਇਓ ਕਿਉਂਕਿ ਬਿਮਾਰੀ ਥੋੜੀ ਜਿਹੀ ਜ਼ਿਆਦਾ ਆ ਇਸ ਕਰਕੇ ਜੇ 3 ਹਫ਼ਤੇ ਹੋਊਗੇ ਤੇ ਜਰਾ ਥੋੜਾ ਜਿਹਾ ਜ਼ਿਆਦਾ ਠੀਕ ਹੋ ਕੇ ਆਓਗੇ। ਤੇ ਗਏ ਕਿਸ ਤਰ੍ਹਾਂ ਸੀਗੇ? ਤੁਰੰਤ ਸਟਿਕ ਲੈ ਕੇ ਗਏ? ਜਦੋਂ ਅਸੀਂ 에ਅਰਪੋਰਟ ਤੇ ਪਹੁੰਚੇ ਤੇ ਉੱਥੇ ਇੱਕ ਮੇਰੇ ਨਾਲ ਖੜੇ ਸੀਗੇ ਲਾਈਨ 'ਚ ਲੱਗੇ ਹੋ ਮੈਨੂੰ ਕਹਿੰਦੇ ਵੀ ਮੈਂ ਤਾਂ ਖੜੀ ਨਹੀਂ ਹੋ ਸਕਦੀ। ਓ ਡੀਅਰ। ਮੈਨੂੰ ਫੇਰ 에ਅਰ ਹੋਸਟਸ ਦੇ ਕੋਲ ਜਾ ਕੇ ਕਹਿਣਾ ਪਿਆ ਕਿ ਇਹਨਾਂ ਨੂੰ ਕਿਤੇ ਬਿਠਾ ਦਿਓ। ਉਹਨੇ ਫਿਰ ਉਹਨਾਂ ਨੂੰ ਉੱਤੇ ਬਿਠਾ ਲਿਆ ਤੇ ਜਦੋਂ ਸਾਡੀ ਵਾਰੀ ਆਈ ਤਾਂ ਫਿਰ ਉਹਨੇ ਉਹਨਾਂ ਨੂੰ ਸੱਦ ਕੇ ਲੈ ਕੇ ਆਇਆ। ਅੱਛਾ। ਤੇ ਇੰਨਾ ਜ਼ਿਆਦਾ ਬੁਰਾ ਹਾਲ ਸੀ ਤੇ ਉੱਥੇ ਅਸੀਂ 21 ਦਿਨ ਰਹੇ ਹਾਂ ਤੇ ਜਦ ਅਸੀਂ ਆਏ ਹਾਂ ਜਦ ਅਸੀਂ ਗਏ ਹਾਂ ਤਾਂ ਉਹਨਾਂ ਦਾ ਪਰਸ ਮੇਰੇ ਹੱਥ ਵਿੱਚ ਸੀਗਾ। ਬੈਗ ਹੈ ਅੱਛਾ ਖਾਸਾ ਵਜ਼ਨ ਵਾਲਾ ਉਹ ਤੁਸੀਂ ਚੱਕਿਆ? ਮੇਰੇ ਕੋਲ ਸੀਗਾ ਕਿਉਂਕਿ ਉਹ ਉਹਨਾਂ ਵੀ ਨਹੀਂ ਸੀ ਚੱਕ ਸਕਦੇ, ਚੁੱਕ ਨਹੀਂ ਸਕਦੇ ਸੀ। ਉਸ ਤੋਂ ਬਾਅਦ ਜਦੋਂ ਅਸੀਂ ਮੁੜ ਕੇ ਆਏ ਆ ਇਹਨੇ ਵੀ ਦੇਖਿਆ ਜਦੋਂ ਅਸੀਂ ਇਹਨਾਂ ਦੇ ਉੱਤੇ ਆਪਣੇ ਉਹਨਾਂ ਨੇ ਡੰਡਾ ਫੜਿਆ ਹੋਇਆ ਸੀ ਉਹ ਡੰਡੇ ਨਾਲ ਆਹਿਸਤਾ ਪੌੜੀਆਂ ਚੜ੍ਹ ਰਹੇ ਸਨ ਜਦੋਂ ਸਾਡੇ ਕੋਲ ਐਂਟਰ ਹੋਏ ਨੇ ਕਿਉਂਕਿ ਜਦੋਂ ਕੋਈ ਆਂਦਾ ਅਸੀਂ ਉਹਨਾਂ ਦੀ ਵੀਡੀਓ ਸ਼ੂਟਿੰਗ ਬਣਾਉਂਦੇ ਆ ਆਪਣਾ ਰਿਕਾਰਡ ਲਈ ਤੇ ਇਹਨਾਂ ਨੇ ਬੈਗ ਫੜਿਆ ਹੋਇਆ ਸੀ ਉਹਨਾਂ ਨੂੰ ਸਪੋਰਟ ਦਿੰਦੇ ਹੋਏ ਲਿਆ ਰਹੇ ਸੀ ਯਾਨੀ ਇਹਨਾਂ ਨੇ ਆਹਿਸਤਾ ਜਿਹਾ ਉਹਨਾਂ ਨੂੰ ਸਪੋਰਟ ਵੀ ਦਿੱਤਾ ਹੋਇਆ ਸੀ। ਜਦੋਂ ਵਾਪਸ ਗਏ ਨੇ ਤੇ ਇਹ ਤੇ ਪਿੱਛੇ ਸੀ ਉਹ ਤੇ ਬੈਗ ਫੜਿਆ ਇੰਜ ਫੌਜੀਆਂ ਦੀ ਤਰ੍ਹਾਂ ਚੋਲ ਗਏ। ਮੈਨੂੰ ਨਹੀਂ ਨੋਟਿਸ ਮੈਨੂੰ ਨਰਸਾਂ ਨੇ ਦੱਸਿਆ। ਤੇ ਸਟਿਕ ਤੋਂ ਨਿਕਲ ਗਈ ਸਾਰਾ ਕੁਝ ਛੱਡਤਾ? ਸਟਿਕ ਤਾਂ ਨਹੀਂ ਦੂਸਰੇ ਦਿਨ ਹੀ ਲੈ ਲਿਆ। ਦੂਸਰੇ ਦਿਨ ਖਤਮ ਹੋ ਗਈ ਸੀ। ਅਸੀਂ ਸਟਿਕ ਨਹੀਂ ਹਾਂਜੀ ਕਿ ਬਸ ਸਟਿਕ ਦੇ ਦਿਓ ਹੁਣ ਇਹਦੀ ਤੁਹਾਨੂੰ ਜ਼ਰੂਰਤ ਨਹੀਂ। ਅੱਛਾ ਡਾਕਟਰ ਸਾਹਿਬ ਨੇ ਲੈ ਲਿਓ? ਸਟਿਕ ਲੈ ਲਈ ਉਹਨਾਂ ਨੇ। ਹਾਂ ਹਾਂਜੀ ਅਸੀਂ 3 ਦਿਨ ਟ੍ਰੀਟਮੈਂਟ ਕੀਤਾ ਨਾ ਜਦੋਂ ਬਸ ਉਹ ਉਹਨਾਂ ਨੇ ਖੁਦ ਹੀ ਕਿਹਾ ਮੈਂ ਸਟਿਕ ਹੁਣ ਮੇਰੀ ਜ਼ਰੂਰਤ ਖਤਮ ਹੋ ਗਈ। ਮੇਰੇ ਖਿਆਲ ਤੀਸਰੇ ਚੌਥੇ ਦਿਨ ਉਹ ਪੌੜੀਆਂ ਚੜ੍ਹ ਕੇ ਉੱਪਰ ਚਲੇ ਗਏ। ਚੌਥੇ ਦਿਨ ਉਹ ਪੌੜੀਆਂ ਚੜ੍ਹ ਕੇ ਉਹਨਾਂ ਨੇ ਕਿਹਾ ਹੁਣ ਮੈਂ ਠੀਕ ਹੋ ਗਈ ਹਾਂ ਮੇਰਾ ਹੁਣ ਦਰਦਾਂ ਨਹੀਂ ਹੈ ਹੁਣ ਮੈਂ ਪੌੜੀਆਂ ਚੜ੍ਹਨੀਆਂ ਨੇ ਔਰ ਮੈਂ ਉੱਪਰ ਨਜ਼ਾਰੇ ਕਰਨੇ ਨੇ। ਫਿਰ ਉਹ ਗਈਆਂ। ਇਹ ਰਿਕਾਰਡ ਸੀ। ਭਾਜੀ ਕੋਸ਼ਿਸ਼ ਕਰਾਂਗੇ ਤੁਹਾਡੇ ਵਾਈਫ ਦੀ ਅਸੀਂ ਕਾਲ ਲੈ ਸਕੀਏ ਤੇ ਤੁਸੀਂ ਹੁਣ ਦੱਸੋ ਤੁਸੀਂ ਓਬਵੀਅਸਲੀ ਭਾਜੀ ਤੁਸੀਂ ਆਪਣੀ ਇੱਥੇ ਨੈਸ਼ਨਲ ਹੈਲਥ ਤੇ ਮੁਫਤ ਹੈਗੀ ਹੈ ਤੇ ਜੇ ਮੁਫਤ ਹੈਗੀ ਉਹਦਾ ਵੀ ਉੱਦਾਂ ਦਾ ਇਲਾਜ ਹੁੰਦਾ ਤੁਹਾਨੂੰ ਪਤਾ ਹੈ ਗੋਲੀਆਂ ਖਾਈ ਜੋ ਇਲਾਜ ਹੁੰਦਾ ਨਹੀਂ ਹੁੰਦਾ ਤੁਹਾਨੂੰ ਦਿਨ ਦਰ ਆ ਗਈ ਨਹੀਂ ਆ ਗਈ। ਇਹ ਤੁਹਾਨੂੰ ਇਹ ਸਾਰਾ ਐਕਸਪੀਰੀਅੰਸ ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਤੁਸੀਂ ਜੋ ਪੈਸੇ ਸਪੈਂਡ ਕੀਤੇ ਆਪਣੀ ਜ਼ੁਬਾਨੀ ਦੱਸੋ ਵਰਥ ਵਾਈਲ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਰਾ ਕੁਝ? ਜੇ ਕੋਲ ਪੈਸੇ ਹੋਣ ਤੇ ਸਿਹਤ ਦਾ ਕੋਈ ਮੁੱਲ ਨਹੀਂ। ਬਿਲਕੁਲ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਆ। ਜੇ ਸਿਹਤ ਨਹੀਂ ਹੋਊਗੀ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਤੁਹਾਡੀ ਲਾਈਫ ਬਿਲਕੁਲ ਇੰਜੋਇਮੈਂਟ ਤੋਂ ਬਗੈਰ ਰਹਿ ਜਾਂਦੀ ਆ। ਜਿਸ ਤਰ੍ਹਾਂ ਅਸੀਂ ਹੁਣ ਰਿਟਾਇਰ ਹੋਏ ਆ ਹੁਣ ਤੇ ਸਾਡਾ ਟਾਈਮ ਆਇਆ ਕਿ ਅਸੀਂ ਫਿਰ ਤੁਰ ਸਕੀਏ ਜਿੱਧਰ ਜਾਣਾ ਉੱਧਰ ਜਾਈਏ ਜੋ ਅਸੀਂ ਕਰਨਾ ਕਰੀਏ। ਅੱਗੇ ਤਾਂ ਅਸੀਂ ਸਵੇਰ ਤੋਂ 8 ਵਜੇ ਤੋਂ ਕੰਮ ਤੇ ਚੱਲ ਜਾਓ ਤਾਂ 10 ਵਜੇ ਘਰ ਨੂੰ ਆ ਜਾਓ। ਨਿਆਣੇ ਵੀ ਨਹੀਂ ਪਲਦੇ ਦੇਖੇ ਕਿ ਕਿੱਦਾਂ ਨਿਆਣੇ ਪਲਦੇ ਆ ਤੇ ਇੰਨੀ ਮਿਹਨਤ ਤੋਂ ਬਾਅਦ ਸਾਡੀ ਸਿਹਤ ਖਰਾਬ ਹੋਵੇ ਉਹ ਚੰਗੀ ਗੱਲ ਨਹੀਂ ਹੈਗੀ। ਤੇ ਅਸੀਂ ਇਹੀ ਸੋਚੇ ਗਏ ਸੀਗੇ ਕਿ ਵੀ ਸਾਡਾ ਬਿਲਕੁਲ ਅਸੀਂ ਠੀਕ ਠਾਕ ਹੋ ਕੇ ਆਵਾਂਗੇ ਤੇ ਅਸੀਂ ਠੀਕ ਠਾਕ ਹੋ ਕੇ ਹੀ ਆਏ ਆ। ਚਲੋ ਬਹੁਤ ਅੱਛਾ ਤੁਸੀਂ ਆਪਣੀ ਜ਼ੁਬਾਨੀ ਦੱਸਿਆ। ਮੈਨੂੰ ਲੱਗਦਾ ਤੁਹਾਡੀ ਮਿਸਿਸ ਕਾਲ ਲੈ ਲੈਣੇ ਆਪਾਂ ਉਹਦੇ ਦੀ ਗੱਲ ਕਰਦੇ ਹਾਂ। ਹੈਲੋ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲਾਂ ਬਹੁਤ ਥੈਂਕ ਯੂ ਤੁਸੀਂ ਕਾਲ ਕੀਤਾ ਬਹੁਤ ਅੱਛਾ ਲੱਗਦਾ
ਤੁਹਾਡੇ ਜ਼ਬਾਨੀ ਤੁਹਾਡੇ ਹਸਬੰਡ ਦੱਸ ਰਹੇ ਸੀ ਉਹਦੇ ਬਾਰੇ, ਮੈਂ ਚਾਹਾਂਗਾ ਕਿ ਤੁਸੀਂ ਦੱਸੋ। ਅੱਛਾ ਜੀ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਅੱਜ ਤਾਂ ਮੈਂ ਹੁਣ ਬੜੀ ਖੁਸ਼ ਹਾਂ ਕਿ ਵੀ ਮੈਂ ਰਾਜੀ ਖੁਸ਼ੀ ਆਪਣੇ ਘਰ ਪਹੁੰਚ ਗਈ ਹਾਂ। ਹਾਂਜੀ, ਤੇ ਮੈਂ ਸੱਚੀ ਤਾਂ ਮੈਂ ਬਹੁਤ ਬਿਮਾਰ ਸੀ ਜੀ, ਮੇਰੇ ਤਾਂ ਸੋਟੀ ਤੋਂ ਬਿਨਾਂ ਮੇਰੇ ਤੋਂ ਤੁਰ ਨਹੀਂ ਸੀ ਹੁੰਦਾ। ਅੱਛਾ। ਤੇ ਘਰ ਦਾ ਕੰਮਕਾਰ ਵੀ ਮੇਰੇ ਤੋਂ ਨਹੀਂ ਸੀ ਹੁੰਦਾ, ਮੈਂ 2.5 ਸਾਲ ਤੋਂ ਬਿਮਾਰ ਸੀ ਆਰਥਰਾਈਟਿਸ ਦੇ ਨਾਲ। ਤੇ ਫਿਰ ਅਸੀਂ ਸਲਾਹ ਕੀਤੀ, ਮੈਂ ਤੇ ਮੇਰੇ ਹਸਬੈਂਡ ਨੇ, ਕਿ ਅਸੀਂ ਸਪੇਨ ਜਾ ਕੇ ਹਸਪੀਟਲ ਜਾ ਕੇ ਇਲਾਜ ਕਰਾ ਕੇ ਆਈਏ। ਉੱਥੇ ਅਸੀਂ ਗਏ, ਸਾਡਾ ਜਾਂਦੇ ਨੇ ਸਾਡਾ ਇਲਾਜ ਸ਼ੁਰੂ ਕਰ ਦਿੱਤਾ। ਤੇ ਅਸੀਂ 21 ਦਿਨ ਰਹੇ ਇਹਨਾਂ ਦੇ ਕੋਲ। ਇਹਨਾਂ ਨੇ ਪੂਰੀ ਤਰ੍ਹਾਂ ਸਾਡਾ ਇਲਾਜ ਕੀਤਾ, ਸਵੇਰੇ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਇਲਾਜ ਚੱਲਦਾ ਸੀ ਸਾਡਾ। ਤੇ ਤੀਸਰੇ ਦਿਨ ਮੈਂ ਆਪਣੀ ਸੋਟੀ ਛੱਡ ਦਿੱਤੀ ਸੀ। ਇਹਨਾਂ ਦੇ ਫਾਰਮ ਦੇ ਵਿੱਚ ਮੈਂ 1.5 ਘੰਟਾ ਤੁਰ ਕੇ ਆਈ ਸੀ ਬਿਨਾਂ ਸੋਟੀ ਤੋਂ। ਇਹ ਤੀਸਰੇ ਚੌਥੇ ਦਿਨ? ਹਾਂਜੀ, ਤੀਸਰੇ ਚੌਥੇ ਦਿਨ ਮੈਂ ਆਪਣੀ ਸੋਟੀ ਛੱਡ ਦਿੱਤੀ ਸੀ। ਭਾਜੀ ਬਹੁਤ ਅੱਛਾ ਲੱਗਿਆ, ਮੈਂ ਖੁਦ ਐਕਸਪੀਰੀਅੰਸ ਕੀਤਾ, ਉੱਥੇ ਸਪੇਨ ਜਾ ਕੇ ਆਇਆ ਸੀਗਾ। ਜਿਹੜਾ ਇਲਾਜ ਹੁੰਦਾ ਉੱਥੇ ਕਿ ਹੋਰ ਗੱਲ, ਤੁਸੀਂ ਮੈਨੂੰ ਖਾਣ ਪੀਣ ਦਾ ਦੱਸੋ, ਕਿੱਦਾਂ ਸੀਗਾ ਖਾਣ ਪੀਣ ਦਾ? ਖਾਣ ਪੀਣ ਤਾਂ ਬਹੁਤ ਹੀ ਜ਼ਿਆਦਾ ਚੰਗਾ ਸੀਗਾ। ਇਹਨਾਂ ਦੇ ਆਰਗੈਨਿਕ ਫਾਰਮ ਦੇ ਵਿੱਚ ਸਬਜ਼ੀ ਆਉਂਦੀ ਸੀਗੀ, ਤੇ ਉਹ ਸਬਜ਼ੀ ਦੇ ਉਹੀ ਮਤਲਬ ਸਵੇਰ ਨੂੰ ਤੋੜ ਕੇ ਲਿਆਉਂਦੇ ਸੀ ਸਬਜ਼ੀ, ਉਹੀ ਇਹ ਉਸ ਵੇਲੇ ਬਣਾਉਂਦੇ ਸੀਗੇ। ਜਿਹੜੀਆਂ ਸਬਜ਼ੀਆਂ ਨਹੀਂ ਸੀ ਬਣਾਉਂਦੇ ਇਹ। ਤੇ ਰੋਟੀ ਵੀ ਬਹੁਤ ਵਧੀਆ ਸੀਗੀ। ਜਿਹੜੇ ਪਰੌਂਠੇ ਬਣਾਉਂਦੇ ਸੀ ਸਵੇਰ ਨੂੰ ਇਹ ਬਣਾਉਂਦੇ ਸੀਗੇ ਗ੍ਰਾਮ ਫਲਾਵਰ ਦੇ ਆਟੇ ਨਾਲ। ਹਾਂਜੀ ਹਾਂਜੀ ਹਾਂਜੀ, ਉਹ ਵੀ ਘਿਓ ਦੇ ਵਿੱਚ। ਹਾਂਜੀ, ਉਹ ਵੀ ਘਿਓ ਦੇ ਵਿੱਚ। ਸਬਜ਼ੀਆਂ ਦਾਲਾਂ ਸਭ ਘਿਓ ਚ ਬਣਦੀਆਂ ਸੀਗੀਆਂ। ਭੈਣ ਜੀ ਉਹਨਾਂ ਨੇ ਹਲਵਾ ਖਿਲਾਇਆ ਤੁਹਾਨੂੰ ਕਿ ਨਹੀਂ ਉੱਥੇ? ਹਾਂਜੀ, ਹਲਵਾ? ਹਾਂਜੀ, ਹਲਵਾ ਸੀ ਬਹੁਤ ਖਾਧਾ ਦਾ ਬਣਿਆ ਆ, ਬਹੁਤ ਸਵਾਦ ਸੀਗਾ। ਮੈਂ ਤਾਂ ਪੁੱਛਿਆ ਭਾਜੀ, ਮੈਂ ਉੱਥੇ ਨਾ ਹਲਵਾ ਖਾਧਾ, ਇਹਨਾਂ ਨੇ ਦਿੱਤਾ ਘਿਓ ਦਾ ਭਰਿਆ। ਮੈਂ ਕਿਹਾ ਯਾਰ ਡਾਕਟਰ ਕਹਿੰਦਾ ਕਿ ਤੁਸੀਂ ਨਾ ਖਾਓ, ਇਹ ਤੁਹਾਨੂੰ ਘਿਓ ਵਾਲੇ ਖਿਲਾ ਰਹੇ ਨੇ। ਅਸੀਂ ਇਹਨਾਂ ਤੋਂ ਸਾਰੀਆਂ ਰੈਸਪੀਜ਼ ਲੈ ਕੇ ਆਏ ਆ ਕਿ ਕਿਹੜੀ ਚੀਜ਼ ਕਿੱਦਾਂ ਬਣਾਉਣੀ ਤੇ ਕਿਹੜੀ ਚੀਜ਼ ਕਿੱਦਾਂ। ਅਸੀਂ ਇਹਨੂੰ ਟ੍ਰੇਨਡ ਕਰ ਦਿੱਤਾ ਹੈ ਪਕਾਉਣ ਚ ਵੀ ਕਿ ਕਿਹੜੀ ਕਿਵੇਂ ਬਣਾਉਣੀ। ਇਹਨਾਂ ਦੀ ਮਿਸੇਸ ਵੀ ਬਹੁਤ ਮਤਲਬ ਬਹੁਤ ਚੰਗੇ ਕੁੱਕ ਆ, ਉਹਨਾਂ ਨੇ ਬਣਾਇਆ ਸੀ ਹਲਵਾ। ਮੇਰਾ ਚਿੱਤ ਕਰਦਾ ਸੀ ਮੈਂ ਹੋਰ ਮੰਗਾ, ਪਰ ਮੈਂ ਮੰਗਿਆ ਨਹੀਂ। ਮੈਂ ਕਿਹਾ ਭਾਜੀ ਹੋਰ ਕੀ ਕਹਿੰਦੇ ਸੀ ਕਿ ਮਿੱਠੇ ਵਾਲੀਆਂ ਚੀਜ਼ਾਂ ਮੈਨੂੰ ਹੋਰ ਕੀ ਕਹਿਣਾ ਚਾਹੋਗੇ ਤੁਹਾਡਾ ਐਕਸਪੀਰੀਅੰਸ ਸਪੇਨ ਦੇ ਵਿੱਚ, ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਹੋਰ ਕੀ ਕਹਿਣਾ ਚਾਹੋਗੇ? ਹੋਰ ਮੈਂ ਇਹਨਾਂ ਦੇ ਫਾਰਮ ਦੇ ਵਿੱਚ ਗਈ ਆ ਤੇ ਮੈਂ ਸਾਰੀਆਂ ਸਬਜ਼ੀਆਂ ਦੇਖੀਆਂ ਤੇ ਸਾਰੀਆਂ ਆਰਗੈਨਿਕ ਆ। ਤੁਹਾਡੇ ਵਾਸਤੇ ਪਤਾ ਲੱਗਦਾ ਬੜੇ ਤੰਦਰੁਸਤ ਲੱਗਦੇ ਹੋ। ਤੰਦਰੁਸਤ ਮੈਂ ਹੁਣ ਬਿਲਕੁਲ ਤੰਦਰੁਸਤ ਹੈਗੀ ਆ ਤੇ ਮੈਂ ਹੁਣ ਆਪਣੇ ਘਰ ਦਾ ਕੰਮ ਵੀ ਕਰ ਸਕਦੀ ਆ ਕੇ। ਮੈਨੂੰ ਲੱਗਦਾ ਹੁਣ ਭਾਜੀ ਥੋੜੇ ਪਿੱਛੇ ਰਹਿ ਗਏ, ਇਹਨਾਂ ਨੂੰ ਸਪੀਡ ਮਾਰਨੀ ਪੈਣੀ ਤੁਹਾਡੇ ਨਾਲ ਚੱਲਣ ਨੂੰ। ਹਾਂਜੀ ਭਾਜੀ ਥੈਂਕ ਯੂ, ਬਹੁਤ ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ। ਹੁਣ ਤਾਂ ਮੈਂ ਬਿਲਕੁਲ ਠੀਕ ਹੈਗੀ ਆ, ਮੈਂ ਆਪਣਾ ਸਾਰਾ ਕੰਮ ਕਰ ਸਕਦੀ ਆ ਘਰ ਦਾ। ਭਾਜੀ ਵਾਸਤੇ ਪਤਾ ਲੱਗ ਰਿਹਾ, ਬਿਲਕੁਲ ਲੱਗ ਰਿਹਾ, ਬਿਲਕੁਲ। ਹਾਂਜੀ ਹੈ ਚੰਗਾ ਜੀ, ਚਲੋ ਬਹੁਤ ਅੱਛੀ, ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ ਨਹੀਂ, ਆਪਾਂ ਗੱਲ ਕਰਦੇ ਸੀਗੇ ਭਾਜੀ ਖਾਣ ਪੀਣ ਦਾ ਤੇ ਕਿੰਨਾ ਦੇਖੋ ਇੱਕ ਤਾਂ ਇਲਾਜ ਹੋ ਰਿਹਾ ਹੈ। ਇੱਕ ਤੁਸੀਂ ਕਹਿੰਦੇ ਕਿ ਮੈਨੂੰ ਲੱਗਦਾ ਸੀ ਮੈਂ ਤੰਦਰੁਸਤ ਹਾਂ, ਤੁਹਾਨੂੰ ਉੱਥੇ ਪਤਾ ਲੱਗਿਆ ਕਿ ਤੰਦਰੁਸਤੀ ਕੀ ਹੁੰਦੀ ਹੈ। ਅਸੀਂ ਘਰ ਖੁਰਾਕ ਕਰਦੇ ਸਾਂ, ਲੱਗਦਾ ਅਸੀਂ ਬੜੀ ਸੋਹਣੀ ਖੁਰਾਕ ਕਰਦੇ ਹਾਂ, ਜਦੋਂ ਉੱਥੇ ਖਾ ਕੇ ਆਉਂਦੇ ਫਿਰ ਲੱਗਦਾ ਖੁਰਾਕ ਤਾਂ ਇਹ ਹੈਗੀ ਹੈ ਯਾਰ। ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਆਮ ਅੱਜ ਕੱਲ੍ਹ ਜਿਹੜੇ ਤੁਸੀਂ ਹਸਪੀਟਲ ਦਾ ਨਾਂ ਲਾਓ ਨਾ ਤੇ ਲੋਕ ਚੁਕੰਨੇ ਹੋ ਜਾਂਦੇ ਆ ਵੀ ਹਸਪੀਟਲ ਦਾ ਨਾਂ ਇੰਨਾ ਜ਼ਿਆਦਾ ਅਬਿਊਜ਼ ਹੋ ਚੁੱਕਾ ਹੈ। ਬਿਲਕੁਲ, ਇਸ ਕਰਕੇ ਮੇਰਾ ਮਨ ਇਹ ਕਹਿੰਦਾ ਕਿ ਮੈਂ ਇਸ ਨੂੰ ਹਸਪੀਟਲ ਨਹੀਂ ਕਹਿਣਾ ਚਾਹੁੰਦਾ। ਨਹੀਂ ਭਾਜੀ, ਕਿੱਥੇ ਹਸਪੀਟਲ ਕਿੱਥੇ ਯਾਰ ਉਹ ਹੈ। ਤੇ ਇਹਦਾ ਨਾਂ ਤੇ ਹੈਗਾ ਕਿ ਕੇਅਰ ਐਂਡ ਕਿਉਰ ਹੋਮ, ਜਿੱਥੇ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ। ਉੱਥੇ ਦੇ ਪੰਛੀ, ਉੱਥੇ ਦੇ ਪਸ਼ੂ ਸਾਰੇ ਜਿੱਲੇ ਤੁਸੀਂ ਜਾਓ ਐਦਾਂ ਨੱਠੇ ਆਉਂਦੇ ਆ ਜਿੱਦਾਂ ਵੈਲਕਮ ਕਰਦੇ ਹੁੰਦੇ। ਇਹ ਬੱਕਰੀਆਂ ਦੇ ਉਹਦੇ ਚ ਗਏ, ਸਾਰੀਆਂ ਬੱਕਰੀਆਂ ਨਾਲ ਇਕੱਠੀਆਂ ਹੋ ਗਈਆਂ। ਤੁਹਾਨੂੰ ਪਤਾ ਮੈਂ ਚੱਕੀ ਫਿਰਦਾ ਸੀ ਇੱਕ, ਮੈਂ ਬੱਕਰੀ ਚੱਕ ਕੇ ਮੈਂ ਤੁਹਾਨੂੰ ਛੱਡਣੀ ਨਹੀਂ, ਮੈਂ ਨਾਲ ਲੈ ਜਾਣੀ ਹੈ। ਬਾਕੀ ਹੈਗਾ ਕਿ ਕੇਅਰ ਇਹ ਬਹੁਤ ਕਰਦੇ ਆ, ਕੇਅਰ ਤਾਂ ਬਹੁਤ ਕਰਦੇ ਆ। ਉਸ ਤੋਂ ਬਾਅਦ ਇਹ ਤੁਹਾਨੂੰ ਆਰਾਮ ਵੀ ਦੇ ਦਿੰਦੇ ਆ, ਕਿਉਰ ਵੀ ਕਰ ਦਿੰਦੇ ਆ, ਤੇ ਹੋਮ ਪਿਆਰ ਬਹੁਤ ਦਿੰਦੇ ਆ। ਜਿੰਨੇ ਵੀ ਆ ਸਾਰੇ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਆ। ਪਰ ਪੰਛਾ ਇਹ ਵਾਪਸ ਦੇਖੋ, ਕਦੀ ਸੋਚਦਾ ਨਹੀਂ, ਪਤਾ ਤੁਸੀਂ ਸੋਚ ਕੇ ਰੱਖਿਆ ਹੋਣਾ ਕੇਅਰ ਐਂਡ ਕਿਉਰ, ਬੜਾ ਝੁਕਦਾ ਨਾਮ ਤੁਸੀਂ ਦੱਸ ਦਿਓ ਕਿ ਉਹੀ ਉੱਥੇ ਹੋ ਰਿਹਾ ਹੈ। ਬਾਕੀ ਆ ਕਿ ਮੈਂ ਇਹ ਨਾਲ ਕਹਿਣਾ ਚਾਹੁੰਦਾ ਸਲੋਗਨ ਬਾਈ, ਰੋਡ ਟੂ ਕੰਪਲੀਟ ਹੈਲਥ। क्या बात है, क्या बात है। रोड टू कंप्लीट हेल्थ है यार। ओ माय गॉड, वेरी नाइस, थैंक यू वेरी मच। मेरे अपने ਵੱਲੋਂ ਮੈਂ ਕਹਿ ਰਿਹਾ ਕਿ ਵੀ ਇਦਾਂ ਹੈ। ਬੜੀ ਮਿਹਰਬਾਨੀ ਹੋਜਲਾ ਸਾਹਿਬ, ਬੜੀ। ਔਰ ਉੱਥੇ ਜਾ ਕੇ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸੇ ਆਪਣੇ ਚੰਗੇ ਯਾਰ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਆਏ ਆ ਜਾਂ ਤੁਸੀਂ ਆਪਣੇ ਆਪ ਨੂੰ ਠੀਕ ਕਰਨ ਆਏ ਆ। ਭਾਜੀ ਉੱਥੇ ਤਾਂ ਲੱਗਦਾ ਕਿਸੇ ਨਵਾਬ ਦੀ ਰਿਹਾਇਸ਼ ਹੈਗੀ, ਹਸਪੀਟਲ ਥੋੜ੍ਹਾ ਹੈਗਾ। ਅਸੀਂ ਕਾਲ ਲੈ ਲਈਏ ਪਹਿਲਾਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ, ਕਿੱਥੋਂ ਬੋਲ ਰਹੇ ਹੋ?
ਸਤਿ ਸ੍ਰੀ ਅਕਾਲ ਜੀ, ਮੈਂ ਸੁਰਿੰਦਰ ਕੌਰ ਬੇਸਟਨ ਤੋਂ ਬੋਲਦੀ ਹਾਂ ਜੀ। ਹਾਂਜੀ ਭੈਣ ਜੀ ਸਵਾਗਤ ਹੈ। ਕੀ ਕਹਿੰਦੇ ਡਾਕਟਰ ਸਾਹਿਬ ਸੁਣ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਤੁਹਾਨੂੰ ਤੇ ਡਾਕਟਰ ਬਲੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਸੀਗੀ ਗਿੱਟਿਆਂ ਗੋਡਿਆਂ 'ਚ ਤੇ ਮੇਰੀ ਬੋਡੀ ਦੇ ਵਿੱਚ, ਤੇ ਮੈਂ ਫਿਰ ਡਾਕਟਰ ਬਲੀ ਜੀ ਨੂੰ ਕੰਟੈਕਟ ਕੀਤਾ ਤੇ ਇਹਨਾਂ ਨੇ ਮੇਰਾ ਇਲਾਜ ਸ਼ੁਰੂ ਕੀਤਾ। ਤੁਸੀਂ ਬਿਲੀਵ ਨਹੀਂ ਕਰਨਾ ਕਿ ਮੈਂ 3 ਦਿਨ ਜਦੋਂ ਇਹਨਾਂ ਦੀ ਦਵਾਈ ਖਾਂਦੀ ਨੂੰ ਹੋ ਗਏ ਸੀ ਤੇ ਮੇਰੀ ਬੋਡੀ ਦੇ ਵਿੱਚ ਇੰਨੀ ਹਲਚਲ ਮਚੀ ਕਿ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਕੀ ਹੋ ਰਿਹਾ। ਤੇ ਚੌਥੇ ਦਿਨ ਫਿਰ ਮੈਂ ਸਵੇਰੇ ਉੱਠ ਕੇ ਮੈਂ ਆਪਣਾ ਮੂੰਹ ਹੱਥ ਧੋ ਕੇ ਮੈਂ ਬਾਹਰ ਗਈ ਆਪਣੀ ਐਕਸਰਸਾਈਜ਼ ਕਰਨ ਲਈ, ਰਨਿੰਗ ਕਰਨ ਲਈ, ਤੇ ਮੈਂ ਬਹੁਤ ਵਧੀਆ ਬਾਹਰ ਦੌੜੀ, ਫਾਸਟ ਦੌੜੀ ਤੇ ਮੇਰੀਆਂ ਲੱਤਾਂ ਵੀ ਚੱਲਣ ਲੱਗ ਗਈਆਂ ਤੇ ਗਿੱਟੇ ਗੋਡੇ ਵੀ ਜਿਹੜੇ ਉਹ ਥੋੜੇ ਠੀਕ ਹੋਣੇ ਸ਼ੁਰੂ ਹੋ ਗਏ। ਤਾਂ ਮੈਂ ਡਾਕਟਰ ਬਲੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਸਿਹਤ ਦਾ ਇੰਨਾ ਖਿਆਲ ਰੱਖਿਆ ਕਿ ਮੈਂ ਹੁਣ ਬਿਲਕੁਲ ਠੀਕ ਹਾਂ। ਬਹੁਤ ਅੱਛੀ ਗੱਲ, ਬਹੁਤ ਅੱਛੀ ਗੱਲ। ਹਾਂ ਭੈਣ ਜੀ ਤੁਹਾਨੂੰ ਡਾਕਟਰ ਬਲੀ ਦਾ ਕਿੱਦਾਂ ਪਤਾ ਲੱਗਿਆ? ਡਾਕਟਰ ਬਲੀ ਦਾ ਮੈਂ ਨਾ ਇਹਨਾਂ ਦਾ ਰੈਗੂਲਰ ਪ੍ਰੋਗਰਾਮ ਦੇਖਦੀ ਹੁੰਦੀ ਆ ਹਾਂਜੀ। ਤੇ ਮੈਂ ਸੋਚਦੀ ਨੇ ਮੈਂ ਕਿਹਾ ਵੀ ਮੇਰੀ ਜਿਹੜੀ ਹਾਲਤ ਜ਼ਿਆਦਾ ਖਰਾਬ ਹੁੰਦੀ ਜਾਂਦੀ ਸੀ ਤੇ ਮੈਨੂੰ ਇਦਾਂ ਫੀਲ ਹੁੰਦਾ ਸੀ ਕਿ ਮੈਨੂੰ ਕੁਝ ਹੋ ਜਾਊਗਾ। ਤੇ ਫਿਰ ਮੈਂ ਡਾਕਟਰ ਬਲੀ ਜੀ ਨੂੰ ਸਟ੍ਰੇਟ ਵੇ ਕੰਟੈਕਟ ਕੀਤਾ ਤੇ ਮੈਸੇਜ ਛੱਡਿਆ ਇਹਨਾਂ ਦੇ ਫੋਨ ਦੇ ਉੱਤੇ। ਤਾਂ ਇਹਨਾਂ ਨੇ ਫਿਰ ਮੈਨੂੰ ਬੈਕ ਕਾਲ ਕੀਤੀ ਤਾਂ ਫਿਰ ਮੈਂ ਇਹਨਾਂ ਨੂੰ ਆਪਣਾ ਸਾਰਾ ਕੁਝ ਦੱਸਿਆ ਤੇ ਆਪਣੀਆਂ ਰਿਪੋਰਟਾਂ ਭੇਜੀਆਂ ਤੇ ਇਹਨਾਂ ਨੇ ਦੇਖਿਆ ਤੇ ਫਿਰ ਇਹਨਾਂ ਨੇ ਮੈਨੂੰ ਸਪਲੀਮੈਂਟ ਭੇਜੇ ਤੇ ਮੈਂ ਜਿਉਂ ਹੀ ਉਹ ਖਾਣੇ ਸ਼ੁਰੂ ਕੀਤੇ ਤਾਂ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਤੇ ਹੁਣ ਮੈਨੂੰ ਤਕਰੀਬਨ 1.5 ਮਹੀਨਾ ਹੋ ਗਿਆ ਖਾਂਦੀ ਨੂੰ ਦਵਾਈ ਇਹਨਾਂ ਦੀ। ਤੇ ਲੇਕਿਨ ਮੈਂ ਇੰਨੀ ਤੇਜ਼ ਤੋਲੇ ਨੂੰ ਹੋ ਗਈ ਆ, ਕੰਮ ਘਰ 'ਚ ਮੈਂ ਇੰਨੀ ਫਾਸਟ ਹੋ ਗਈ ਆ ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਇੰਨੀ ਫਾਸਟ ਕਿਸ ਤਰ੍ਹਾਂ ਹੋ ਗਈ। ਨਹੀਂ ਤਾਂ ਮੈਨੂੰ ਤਾਂ ਬੈੱਡ 'ਚ ਉੱਠਣਾ ਵੀ ਇੰਨਾ ਔਖਾ ਲੱਗਦਾ ਸੀ ਤੇ ਮੈਨੂੰ ਜਦੋਂ ਮੈਂ ਪੌੜੀਆਂ ਉਤਰਦੀ ਸੀ ਤੇ ਮੈਂ ਇੱਕ ਸਟੈਪ ਪੌੜੀ ਤੇ ਰੱਖ ਕੇ ਥੱਲੇ ਉਤਰਦੀ ਸੀ, ਬੜੀ ਮੁਸ਼ਕਲ ਹੁੰਦੀ ਸੀਗੀ। ਤਾਂ ਜਦੋਂ ਮੈਂ ਇਹਨਾਂ ਦੇ ਫਿਰ ਉਹ ਸਪਲੀਮੈਂਟ ਖਾਦੇ ਮੈਂ ਤਾਂ ਬਹੁਤ ਚੰਗੀ ਹੋ ਗਈ। ਮੈਂ ਸ਼ਾਪਿੰਗ ਕਰਨ ਜਾਂਦੀ ਸੀ, ਮੇਰੇ ਤੋਂ ਕਾਰ 'ਚ ਬਹਿ ਕੇ ਉੱਠ ਨਹੀਂ ਸੀ ਹੁੰਦਾ ਤੇ ਬਹਿਣਾ ਵੀ ਮੁਸ਼ਕਲ ਹੁੰਦਾ ਸੀਗਾ। ਫਿਰ ਜਦੋਂ ਤੁਰਦੀ ਸੀ ਉਦੋਂ ਵੀ ਮੁਸ਼ਕਲ ਹੁੰਦੀ ਸੀ। ਹੁਣ ਤਾਂ ਮੈਂ ਇਸ ਤਰ੍ਹਾਂ ਹੋ ਗਈ ਹਾਂ ਜਿੱਦਾਂ ਮੈਂ ਮੁੜ ਕੇ ਜ਼ੁਬਾਨ ਹੋ ਗਈ ਤਾਂ ਮੇਰੀ ਬੋਡੀ ਜਿਹੜੀ ਬਹੁਤ ਫਸਟ ਕਲਾਸ ਚੱਲਣ ਲੱਗ ਗਈ ਤੇ ਮੇਰੇ ਗਿੱਟੇ ਗੋਡੇ ਲੱਤਾਂ ਸਭ ਠੀਕ ਹੋ ਗਏ ਨਾ। ਮੈਂ ਡਾਕਟਰ ਬਲੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਡਾਕਟਰ ਬਲੀ ਜੀ ਥੈਂਕ ਯੂ ਭੈਣ ਜੀ, ਤੁਹਾਡੇ ਕਾਲ ਕਰਨ ਦਾ ਬਹੁਤ ਅੱਛਾ ਲੱਗਿਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਹੁਣ ਜਿਹੜਾ ਵੀ ਤੁਸੀਂ ਕੋਈ ਬਜ਼ੁਰਗ ਬਾਅਦ ਫਾਸਟ ਤੁਰਦਾ ਦੇਖਿਆ ਉਹ ਸਾਰਾ ਡਾਕਟਰ ਬਲੀ। ਮੈਨੂੰ ਨਾ ਅਸਲ 'ਚ ਇਹੋ ਜਿਹੀ ਕਾਲਾਂ ਤੋਂ ਬਾਅਦ ਇੱਕ ਮੇਰੇ ਲਈ ਸੈਟਬੈਕ ਇਹ ਹੁੰਦਾ ਬਾਜ਼ ਦੇਖੋ ਹਰ ਬੰਦਾ ਡਿਫਰੈਂਟ ਹੈ। ਹੁਣ ਜਿਵੇਂ ਸੁਸ਼ੀਲ ਹੋਰੀ ਆਏ ਨੇ ਇਹਨਾਂ ਦਾ ਮਿਸਿਸ, ਉਹਨਾਂ ਤੇ ਜਿਹੜੀ ਅਸੀਂ ਟ੍ਰੀਟਮੈਂਟ ਕੀਤੀ ਹੈ ਸਾਨੂੰ ਤੀਸਰੇ ਦਿਨ ਪਤਾ ਲੱਗ ਗਿਆ ਸੀ ਕਿ ਬਿਲਕੁਲ ਫਿਟ ਬੈਠ ਗਏ ਹੈ, ਰਿਕਵਰ ਹੋ ਗਏ ਨੇ। ਲੇਕਿਨ ਬਾਜ਼ ਲੋਕ ਐਸੇ ਹੁੰਦੇ ਨੇ ਉਹਨਾਂ ਦੀ ਬੋਡੀ ਡਿਫਰੈਂਟ ਤਰੀਕੇ ਨਾਲ ਕੰਮ ਕਰਦੀ ਹੈ, ਉਹਨਾਂ ਤੇ ਫਿਰ ਸਾਨੂੰ ਜ਼ਿਆਦਾ ਵਰਕ ਕਰਨਾ ਪੈਂਦਾ। ਇਸ ਲਈ ਡਾਕਟਰ ਵਾਲੀ ਮੈਜੀਸ਼ੀਅਨ ਨਹੀਂ ਹੈ ਔਰ ਮੈਂ ਨਹੀਂ ਠੀਕ ਕਰਦਾ ਇਹ। ਫਿਰ ਮੈਂ ਕਹਿ ਦੇਣਾ ਤੁਹਾਨੂੰ ਤੁਹਾਡੀ ਆਪਣੀ ਬੋਡੀ ਖੁਦ ਠੀਕ ਕਰਦੀ ਹੈ। ਮੈਂ ਨਹੀਂ ਕੀਤਾ ਇੱਕ ਗੱਲ ਬੜੀ ਇੰਪੋਰਟੈਂਟ ਤੁਸੀਂ ਜਿੱਦਾਂ ਕਹੀ ਤੁਹਾਨੂੰ 2-3 ਦਿਨਾਂ 'ਚ ਪਤਾ ਲੱਗ ਜਾਂਦਾ ਹੈ ਕਿ ਉਹ ਇਫੈਕਟ ਹੋ ਰਿਹਾ ਕਿ ਨਹੀਂ। ਇਹ ਭੈਣ ਜੀ ਦਾ ਵੀ ਸੁਰਿੰਦਰ ਦਾ ਭੈਣ ਜੀ ਦਾ ਫੋਨ ਹੈ, ਉਹਨਾਂ ਨੇ ਵੀ ਕਿਹਾ ਕਿ ਥੋੜੇ ਤੀਜੇ ਚੌਥੇ ਦਿਨ ਪਤਾ ਲੱਗ ਗਿਆ ਕਿ ਫਰਕ ਪੈ ਰਿਹਾ ਉਹਨਾਂ ਨੂੰ। ਬਿਲਕੁਲ ਇਹ ਪੋਸੀਬਲ ਨਹੀਂ ਹੈ ਕਿ ਬੋਡੀ ਰਿਸਪੌਂਸ ਨਾ ਦੇ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਉੱਥੇ ਗਏ ਤੇ ਇਹਨਾਂ ਦੀ ਬੇਟੀ ਕੋਈ 10-12 ਸਾਲ ਦੀ ਉੱਥੇ ਗਈ ਹੋ ਸੀਗੀ। ਅੱਛਾ। ਤੇ ਜਦੋਂ ਵੀ ਉਸਨੇ ਦੇਖਣਾ ਕਿ ਸਾਡਾ ਟ੍ਰੀਟਮੈਂਟ ਨਹੀਂ ਹੋ ਰਿਹਾ ਤੇ ਉਹ ਸਾਡੇ ਕਮਰੇ ਵਿੱਚ ਆ ਕੇ ਤੇ ਆਪਣੀ ਆਂਟੀ ਨੂੰ ਜੱਫੀ ਪਾ ਕੇ ਬਹਿ ਜਾਂਦੀ ਸੀ। ਕੀ ਬਾਤ ਹੈ, ਕੀ ਬਾਤ ਹੈ। ਖਬਰ ਹੋ ਗਿਆ ਨਾ ਇੱਕ ਤਰ੍ਹਾਂ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਹ ਬਾਲ ਨਹੀਂ ਸੀ ਆਪ ਬਾਹ ਸਕਦੇ ਤਾਂ ਉਹਨੇ ਕਹਿਣਾ ਵੀ ਮੈਂ ਬਾਲ ਬਾਉਣੇ ਆ। ਕਦੀ ਉਹ 2 ਗੁੱਤਾਂ ਕਰ ਦੇਣੀਆਂ। ਅੱਛਾ ਅੱਛਾ। ਤੇ ਕਦੀ ਕਹਿਣਾ ਮੈਂ ਆਪਣੇ ਵਰਗਾ ਕਰਕੇ ਦੇਣਾ, ਬਾਲ ਖੁੱਲੇ ਛੱਡ ਦਿੱਤੇ ਇੱਕ ਛੋਟੀ ਜਿਹੀ ਗੁੱਤ ਕਰਕੇ ਮੂੰਹ ਨੂੰ ਕਰ ਲੋ, ਕਹਿਣਾ ਆਂਟੀ ਜੀ ਮੂੰਹ ਨੂੰ ਕਰ ਲੋ। ਦਿਲ ਲਗਾਉਂਦੇ ਨੇ ਬੱਚੇ ਯੂ نو ਟਾਈਮ। ਹਾਂ, ਉੱਥੇ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਸਾਡੇ 21 ਦਿਨ ਬੀਤ ਗਏ। ਫਿਰ ਇਹਨੂੰ ਅਸੀਂ ਹਸਪੀਟਲ ਥੋੜ੍ਹੀ ਕਵਾਂਗੇ, ਇਹਨੂੰ ਜੇ ਅੱਜਾ ਦੇ ਟ੍ਰੀਟਮੈਂਟ ਮਿਲਦੀ ਹੈ ਉੱਥੇ। ਇਹ ਤਾਂ ਬਿਲਕੁਲ ਕਰੇ ਹੀ ਆ ਜੀ। ਹਾਂ ਕਾਰ ਸਿਰਾ ਭਾਜੀ ਤੁਸੀਂ ਹੋਰ ਕੀ ਰਿਕਮੈਂਡ ਕਰਦੇ ਹੋ ਜਿੱਦਾਂ ਕਿ ਜਿਹਨਾਂ ਨੂੰ ਯੂ نو ਅਸੀਂ ਥੋੜਾ ਝਿਜਕ ਜਾਂਦੇ ਆ। ਮੈਂ ਬੇਸ਼ੱਕ ਬਾਰ-ਬਾਰ ਕਹਿੰਦਾ, ਓਨੈਸਟਲੀ ਬੇਸ਼ੱਕ ਕਹਿੰਦਾ ਤੁਸੀਂ ਕਾਲ ਚੱਲਣ ਦੇਖੋ, ਤੁਸੀਂ ਜੁੜਨਾ ਨਹੀਂ ਜੁੜਨਾ, ਤੁਸੀਂ ਕਿੱਦਾਂ ਕਰਨਾ ਨਹੀਂ ਕਰਨਾ, ਪਰਹੇਜ਼ ਕਰਨਾ ਨਹੀਂ ਕਰਨਾ, ਤੁਹਾਡੀ ਮਰਜ਼ੀ ਹੈ। ਦੇਖਿਆ ਕਰੋ ਕਦੀ ਨਾ ਕਦੀ ਮੌਕਾ ਆਉਂਦਾ ਜਦੋਂ ਬੰਦਾ ਆਖਿਰ ਤੇ ਪਹੁੰਚ ਜਾਂਦਾ ਕਹਿੰਦਾ ਵੀ ਹੁਣ ਮੈਨੂੰ ਕੁਝ ਕਰਨਾ ਪੈਣਾ ਹੀ ਹੈ। ਅਸੀਂ ਉੱਥੇ ਤੱਕ ਕਿਉਂ ਵੇਟ ਕਰੀਏ?
ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਨ ਕੇਸ ਤੁਸੀਂ ਅਫੋਰਡ ਕਰ ਸਕਦੇ ਆ ਤੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਸਿਹਤ ਦਾ ਕੋਈ ਮੁੱਲ ਨਹੀਂ। ਬਿਲਕੁਲ ਠੀਕ ਆ। ਜੋ ਇਹ ਸਾਨੂੰ ਉੱਥੇ ਦਿੰਦੇ ਆ ਨਾ, ਇੱਕ ਦਿਨ ਮੈਂ ਉਹਨਾਂ ਦੀਆਂ ਪ੍ਰਾਈਸਾਂ ਪੁੱਛੀਆਂ, ਮੈਂ ਕਿਹਾ ਵੀ ਇਹਦੀ ਕੀ ਪ੍ਰਾਈਸ ਆ, ਮੈਨੂੰ ਪਤਾ ਲੱਗਾ ਕਿ ਉਹਦਾ 500 ਯੂਰੋ ਸੀਗਾ, ਤੇ 500 ਪਾਉਂਡ ਤਾਂ ਅਸੀਂ ਰੋਜ਼ ਦਾ ਇੱਕ ਵੀਕ ਦਾ ਦਿੰਨੇ ਆ ਰੋਜ਼ ਦਾ। ਬਿਲਕੁਲ। ਉਹ ਇੱਕ ਵੇਲੇ 'ਚ ਨਹੀਂ ਇੱਕੋ ਹੀ ਲਾਤਾ ਸਾਡੇ। ਮੈਂ ਇਹਨਾਂ ਨੂੰ ਦੱਸਿਆ ਸੀ ਜਿਹੜੀ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਨਾ, ਅਸੀਂ ਉਹ ਸਾਨੂੰ ਕਾਸਟ ਕਰ ਰਹੀ ਹੈ 6000 ਪਾਉਂਡ ਪਰ 6000 ਪਾਉਂਡ ਪਰ ਵੀਕ, ਔਰ ਅਸੀਂ ਲੈ ਰਹੇ ਸੀ 5000 ਪਰ ਵੀਕ। ਇਹਨਾਂ ਤੋਂ ਅਸੀਂ 3500 ਪਰ ਵੀਕ। ਬੇਸਿਕਲੀ ਇਹਨਾਂ ਨੂੰ ਬਿਠਾ ਕੇ ਮੈਂ ਸਮਝਾਇਆ ਕਿ ਇਹ ਜਿਹੜਾ ਵੈਲਨੈਸ ਸੈਂਟਰ ਜਾਂ ਹੋਮ ਜੋ ਸਮਝ ਲਓ, ਇਹ ਮੈਂ ਕੋਈ ਕਮਰਸ਼ੀਅਲ ਪੁਆਇੰਟ ਆਫ ਵਿਊ ਨਾਲ ਨਹੀਂ ਬਣਾਇਆ ਕਿ ਮੈਂ ਮਾਲ ਕਮਾਣਾ। ਮਾਲ ਕਮਾਉਣ ਲਈ ਮੈਂ 10 ਕਮਰੇ ਬਣਾ ਲੈਂਦਾ। ਇਹ ਇੱਕ ਦੋ ਕਿਉਂ ਬਣਾਏ ਨੇ? ਇਹ ਹੁਣ ਐਜੂਕੇਟ ਹੋ ਗਏ ਨੇ ਨਾ, ਅੱਗੇ 200 ਬੰਦੇ ਨੂੰ ਟ੍ਰੇਨਡ ਕਰ ਦੇਣਗੇ ਅਗਲੇ 2 ਸਾਲ ਦੇ ਅੰਦਰ। ਬਿਲਕੁਲ ਬਿਲਕੁਲ। ਇਹ ਹੈ ਮਿਸ਼ਨ ਕਿ ਉੱਥੇ ਆਣ, ਲਿਮਿਟਡ ਲੋਕ ਆਣ, ਅਸੀਂ ਉਹਨਾਂ ਨੂੰ ਫੁੱਲੀ ਟ੍ਰੇਨਡ ਕਰ ਦਈਏ। ਹੁਣ ਅੱਜ ਤੁਹਾਡੇ ਸਾਹਮਣੇ ਔਜਲਾ ਸਾਹਿਬ ਨੇ ਕਿਹਾ ਕਿ ਮੈਂ ਨੈਚੁਰੋਪੈਥੀ ਦੇ ਕਾਲਜ ਵਿੱਚ ਦਾਖਲਾ ਲੈਣਾ, ਮੈਂ ਕੋਰਸ ਕਰਨਾ, ਮੈਂ ਪੜ੍ਹਨੀ ਹੈ ਇਹ ਚੀਜ਼। ਇਹ ਅਸੀਂ ਚਾਹੁੰਦੇ ਹਾਂ, ਇਸ ਮਕਸਦ ਲਈ ਉਹ ਬਣਾਇਆ। ਭਾਜੀ ਦੂਸਰਾ ਦੇਖੋ, ਖੁਰਾਕ ਤੁਹਾਨੂੰ ਇਹਨਾਂ ਦੇ ਖੁਦ ਦੇ ਫਾਰਮ 'ਚ ਗਰੋ ਕੇ ਤੁਹਾਨੂੰ ਮਿਲਦੀ ਹੈ ਆਰਗੈਨਿਕ ਸਾਰੀ। ਉਹ ਜਿਹੜੀ ਇਸ ਤਰ੍ਹਾਂ ਨਹੀਂ ਹੈਗਾ ਕਿ ਉਹ ਕਿਤੇ ਕੱਲ ਦੀ ਤੋੜੀ ਹੋਵੇ। ਬਿਲਕੁਲ। ਸਵੇਰ ਨੂੰ 7 ਵਜੇ ਮੁੰਡੇ ਫਾਰਮ ਤੋਂ ਆਉਂਦੇ ਆ, ਜਿੰਨੀ ਸਬਜ਼ੀ ਬਣਨੀ ਆ ਉਹ ਤੋੜ ਕੇ ਲੈ ਕੇ ਆਉਂਦੇ ਆ, ਜਿੰਨਾ ਫਰੂਟ ਦੇਣਾ ਉਹ ਉਸੇ ਵੇਲੇ ਤੋੜ ਕੇ ਲੈ ਕੇ ਆਉਂਦੇ ਆ। ਜੇ ਉਹਦੇ ਚ ਕੋਈ ਬਚ ਜਵੇ ਤਾਂ ਉਹਨੂੰ ਸਾਡੇ ਲਈ ਯੂਜ਼ ਨਹੀਂ ਕਰਦੇ, ਉਹ ਬੱਕਰੀਆਂ ਨੂੰ ਦੇ ਦਿੰਦੇ ਹੁੰਦੇ ਅਸੀਂ। ਉਹ ਬੱਕਰੀਆਂ ਜਾਂ ਹੋਰ ਜਿਹਨੂੰ ਵੀ ਕਹਾਂ ਉਹ ਸਪਲਾਈ ਥੋੜੀ ਕਿਸਮ ਵਾਲੇ ਬੱਕਰੀਆਂ ਜੂਨ ਪਾ ਕੇ ਉੱਥੇ ਆਈਆਂ ਨੇ। ਹਾਂਜੀ, ਉਹ ਰੀਸਾਈਕਲ ਕਰਦੇ ਨੇ। ਸਾਰਿਆਂ ਨੂੰ ਕਾਲੇ ਨਹੀਂ ਮਿਲਦਾ, ਵਿਚਾਰੀ ਬੱਕਰੀਆਂ ਨੂੰ ਮਿਲ ਜਾਂਦਾ ਹੈਗਾ। ਫਾਰਮ ਬਾਰੇ ਤਾਂ ਮੈਂ ਬਹੁਤ ਕੁਝ ਬੋਲ ਸਕਦਾ, ਮੈਨੂੰ ਲੱਗਦਾ ਕਿ ਹੁਣ ਸਾਡੇ ਕੋਲ ਟਾਈਮ ਹੈ ਨਹੀਂ। 2 ਮਿੰਟ ਹੈ ਬਸ, ਕੁਝ ਕਹਿ ਸਕਦੇ। ਫਾਰਮ ਤਾਂ ਇੱਕ ਐਸੀ ਚੀਜ਼ ਹੈ ਕਿ ਹਰ ਕਿਸੇ ਨੂੰ ਸੋਚਣਾ ਚਾਹੀਦਾ ਕਿ ਇਹ ਕਿਸੇ ਬੰਦੇ ਨੇ ਖਾਣੀ ਆ, ਜੀ ਨੇ ਖਾਣੀ ਆ। ਇਸ ਕਰਕੇ ਹਰ ਕਿਸੇ ਨੂੰ ਇਹ ਚਾਹੀਦਾ ਕਿ ਵੀ ਮੈਂ ਇਦਾਂ ਦੀ ਪ੍ਰੋਡਕਟ ਬਣਾ ਕੇ ਹੀ ਅੱਗੇ ਦੇਵਾਂ। ਭਾਜੀ ਜਦੋਂ ਇੱਕ ਗੱਲ ਹੋਰ ਹੈ ਬੜੀ, ਇਸ ਨੂੰ ਕਿ ਕਮਰਸ਼ੀਅਲ ਬਿਲਡਿੰਗ ਹੈਗੀ ਹੈ, ਮਕਾਨ ਤੇ ਮਕਾਨ ਚੜਿਆ ਹੋਇਆ, ਉੱਥੇ ਕੱਲਾ ਮਕਾਨ ਇਹਨਾਂ ਦਾ ਉਹ ਜਿਹੜਾ ਹੈਗਾ, ਬੋਲੇ ਤੁਸੀਂ ਹਸਪੀਟਲ ਕਹਿ ਰਹੇ ਹੋ, ਕੁਝ ਵੀ ਰੋਡ ਟੂ ਹੈਲਥ ਕਹਿੰਦੇ ਪਏ ਹੋ ਤੁਸੀਂ, ਉਹਦਾ ਮਾਹੌਲ ਹੀ ਡਿਫਰੈਂਟ ਹੈ। ਬਿਲਕੁਲ ਡਿਫਰੈਂਟ ਹੈ ਜੀ। ਤੁਸੀਂ ਜਰਾ ਪਰਲੇ ਪਾਸੇ ਨਿਕਲ ਜਾਓ, ਉੱਥੇ ਆਲਮੰਡ ਲੱਗੇ ਹੋ, ਇੱਧਰ ਨੂੰ ਨਿਕਲ ਜਾਓ ਅੰਗੂਰ ਲੱਗੇ ਹੋ, ਇੱਧਰ ਨੂੰ ਫਿਗਸ ਲੱਗੀਆਂ। ਤੁਸੀਂ ਕਿਸੇ ਚੀਜ਼ ਦਾ ਨਾਂ ਲੈ ਲਓ, ਉੱਥੇ ਲੱਗਾ ਆ, ਤੋੜੋ ਤੇ ਖਾਓ। ਬੈਡਮਿੰਟਨ ਕੋਰਟ ਇਹਨਾਂ ਦੇ ਪਾਸ ਹੈਗਾ, ਉੱਥੇ ਮਤਲਬ ਫਸਟ ਕਲਾਸ ਜਗ੍ਹਾ। ਸਵਿਮਿੰਗ ਪੂਲ ਇਹਨਾਂ ਦਾ ਤਿਆਰ ਹੋ ਗਿਆ ਭਾਜੀ, ਸਵਿਮਿੰਗ ਪੂਲ ਕੇ ਨਹੀਂ ਹਾਲੇ। ਹਾਂਜੀ, ਉਹ ਹੁਣ ਤੇ ਅਸੀਂ ਪਾਣੀ ਖਤਮ ਕਰਤਾ, ਠੰਡ ਹੋ ਗਈ ਕਿਉਂਕਿ ਰਾਤ ਹੁੰਦੀ ਹੈ ਤੇ ਰਾਤ ਨੂੰ ਸਮੁੰਦਰ ਬਿਲਕੁਲ ਨਾਲ ਹੈ ਤੇ ਠੰਡਾ ਹੋ ਜਾਂਦਾ ਪਾਣੀ। ਹਾਂ, ਤੇ ਫਿਰ ਉਹ ਇਸ ਲਈ ਫਿਰ ਅਸੀਂ ਉਹਨੂੰ ਪਾਣੀ ਖਤਮ ਹੀ ਕਰ ਦਿੱਤਾ। ਵੈਸੇ ਮੈਨੂੰ ਲੱਗਦਾ ਓਨੈਸਟਲੀ, ਮੈਂ ਨਹੀਂ ਕਿ ਤੁਹਾਡੀ ਮੈਂ ਸੇਲਸ ਐਂਡ ਮਾਰਕੀਟਿੰਗ ਕਰ ਰਿਹਾ, ਬੰਦਾ ਠੀਕ ਵੀ ਹੋਵੇ ਨਾ ਤੇ ਉਹਦਾ ਵੀ ਜਾਵੇ ਉੱਥੇ। ਹਾਂਜੀ ਬਿਲਕੁਲ। ਬਾਕੀ ਆ ਕਿ ਜਿਹੜੇ ਉੱਥੇ ਸਾਨੂੰ ਦੇਖਭਾਲ ਕਰਨ ਵਾਲੇ ਆ, ਉਹ ਤੁਹਾਡੇ ਨਾਲ ਇਦਾਂ ਹੋ ਜਾਂਦੇ ਆ, ਕੋਈ ਕਹਿ ਦਿੰਦੇ ਮੈਂ ਕੋਈ ਸਾਨੂੰ ਮੇਰੀ ਉਹਨੂੰ ਵਾਈਫ ਨੂੰ ਸੱਦਣ ਲੱਗ ਪੈਂਦੇ ਸੀ ਅੰਮਾ ਜੀ, ਕਿਸੇ ਨੇ ਕੋ ਸੱਦਣ ਲੱਗ ਪੜ, ਮਤਲਬ ਉਹ ਇੰਨਾ ਜ਼ਿਆਦਾ ਪਿਆਰ ਦਿੰਦੇ ਆ ਕਿ ਮਤਲਬ ਕਿਤੇ ਹੋਰ ਹਸਪੀਟਲ ਤੋਂ ਜਾਂ ਕਿਤੇ ਹੋਰ ਪਾਸਿਓਂ, ਕਿਉਂਕਿ ਉਹ ਤਾਂ ਨੱਠੇ ਭੱਜੇ ਫਿਰਦੇ ਆ। ਬੇਸਿਕਲੀ ਮਸ਼ੀਨੀ ਤਰੀਕਾ ਨਹੀਂ ਹੈ ਕਿ ਜਿਵੇਂ ਮਸ਼ੀਨਾਂ ਦੀ ਤਰ੍ਹਾਂ ਕੰਮ ਹੋ ਰਿਹਾ, ਨੈਚੁਰਲ ਵੇ ਚ, ਲਾਈਕ ਫੈਮਿਲੀ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੁਹਾਡਾ ਇਲਾਜ ਹੋ ਰਿਹਾ। ਤੁਸੀਂ ਕਹੋਗੇ ਮੈਂ ਹਾਲੇ, ਅਸੀਂ ਆਪਣੀ ਕਾਰਵਾਈ ਪੂਰੀ ਕਰ ਰਹੇ ਹੁੰਦੇ, ਟੀਕੇ ਸ਼ੀਕੇ ਲੱਗ ਰਹੇ ਹੁੰਦੇ ਨੇ ਇਹਨਾਂ ਨੂੰ, ਡੇਲੀ 2-2 ਟੀਕੇ ਲੱਗ ਰਹੇ ਹੁੰਦੇ ਨੇ। ਚਲੋ ਭਾਜੀ ਸੌਰੀ, ਮਾਫੀ ਚਾਹਾਂਗਾ, ਟਾਈਮ ਬੜੀ ਫਾਸਟ ਜਾ ਰਿਹਾ। ਕੁਲਵੰਤ ਰਾਏ ਜੀ ਤੁਹਾਡਾ ਸ਼ੁਕਰਾਨਾ ਕਰਦੇ ਤੁਸੀਂ ਆਏ, ਔਰ ਤੁਹਾਡੀ ਵਾਈਫ ਨਾਲ ਗੱਲ ਹੋ ਚੁੱਕੀ ਫੋਨ ਦੇ ਉੱਪਰ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ। ਤੇ ਡਾਕਟਰ ਜੀ ਹੁਣ ਮੈਨੂੰ ਆਵਾਜ਼ ਆ ਰਹੀ ਹੈ, ਕਾਲ ਆ ਰਹੇ ਨੇ ਕਿ ਤੁਸੀਂ ਜਿਨ੍ਹਾਂ ਦੇ ਕਾਲ ਨਹੀਂ ਲੈ ਸਕੇ, ਮੈਂ ਮਾਫੀ ਚਾਹਾਂਗਾ, ਕੋਸ਼ਿਸ਼ ਕਰਾਂਗੇ ਡਾਕਟਰ ਨੂੰ ਫਿਰ ਲਾਈਵ ਲੈ ਕੇ ਸਟੂਡੀਓ ਦੇ ਵਿੱਚ। ਇਸੇ ਤਰ੍ਹਾਂ ਅਕਾਲ ਚੈਨਲ ਨੂੰ ਸਪੋਰਟ ਕਰੋ। ਅਗਲੇ ਵੀਕ ਫਿਰ ਮੁਲਾਕਾਤ ਹੋਗੀ, ਤਬ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡਸ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ।